ਸਵਾਗਤ ਹੈ ਦੋਸਤੋ ਤੁਹਾਡਾ ਆਪਣਾ ਸਾਂਝਾ ਪੰਜਾਬ ਟੀਵੀ ਤੇ ਮੈਂ ਹਾਂ ਭੁਪਿੰਦਰ ਸਿੰਘ ਸੱਜਣ। ਦੋਸਤੋ ਕੁਝ ਅਹਿਮ ਗੱਲਾਂ ਕਰਨ ਵਾਸਤੇ ਮੈਂ ਤੁਹਾਡੇ ਰੂਬਰੂ ਹੋਣ ਜਾ ਰਿਹਾ। ਆਪਾਂ ਜਦੋਂ ਇਤਿਹਾਸ ਪੜ੍ਹਦੇ ਹਾਂ, ਚਾਹੇ ਪੁਰਾਤਨ ਇਤਿਹਾਸ ਵੱਲ ਨਜ਼ਰ ਮਾਰ ਕੇ ਵੇਖਦੇ ਹਾਂ, ਤੇ ਸਾਨੂੰ ਇਸ ਗੱਲ ਦੀ ਸਮਝ ਆਉਂਦੀ ਹੈ ਕਿ ਜਦੋਂ ਵੀ ਖਾਲਸਾ ਪੰਥ ਦੇ ਉੱਪਰ ਕੋਈ ਵੱਡੀ ਭੀੜ ਬਣਦੀ ਸੀਗੀ ਤਾਂ ਸਿੱਖ ਕੌਮ ਅੱਡ ਮੌਕਿਆਂ ਤੇ, ਜਿਨ੍ਹਾਂ ਵਿੱਚੋਂ ਇੱਕ ਮੌਕਾ ਦੀਵਾਲੀ ਦਾ ਵੀ ਹੋਇਆ ਕਰਦਾ ਸੀਗਾ, ਸਰਬੱਤ ਖਾਲਸਾ ਸੱਦਿਆ ਜਾਂਦਾ ਸੀਗਾ। ਉਸ ਸਰਬੱਤ ਖਾਲਸਾ ਦੇ ਵਿੱਚ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦੇ, ਪੂਰੀ ਦੀ ਪੂਰੀ ਸਿੱਖ ਕੌਮ ਜਦੋਂ ਇਕੱਠੀ ਹੁੰਦੀ ਸੀ ਤੇ ਸਿਰ ਜੋੜ ਕੇ ਬਹਿੰਦੇ ਸੀਗੇ ਔਰ ਬੈਠ ਕੇ ਵਿਚਾਰਾਂ ਕੀਤੀਆਂ ਜਾਂਦੀਆਂ ਸੀਗੀਆਂ। ਕੌਮ ਨੂੰ ਦਰਪੇਸ਼ ਚੁਣੌਤੀਆਂ ਦੇ ਬਾਰੇ ਚਰਚਾ ਹੁੰਦੀ ਸੀਗੀ ਔਰ ਚਰਚਾ ਹੋਣ ਤੋਂ ਬਾਅਦ ਫਿਰ ਕੋਈ ਠੋਸ ਫੈਸਲੇ ਲਏ ਜਾਂਦੇ ਸੀਗੇ। ਠੋਸ ਫੈਸਲੇ ਲੈਣ ਤੋਂ ਬਾਅਦ ਪੂਰੀ ਦੀ ਪੂਰੀ ਸਿੱਖ ਕੌਮ ਨੂੰ ਇੱਕ ਪ੍ਰੋਗਰਾਮ ਦਿੱਤਾ ਜਾਂਦਾ ਸੀਗਾ ਬਈ ਆਹ ਪ੍ਰੋਗਰਾਮ ਹੈਗਾ, ਅਸੀਂ ਆਪਣੀ ਕੌਮ ਦੀ ਚੜ੍ਹਦੀ ਕਲਾ ਦੇ ਵਾਸਤੇ ਆਹ ਕੁਝ ਫੈਸਲੇ ਲਏ ਆ ਔਰ ਇਹਨਾਂ ਫੈਸਲਿਆਂ ਦੇ ਉੱਪਰ ਸਾਰਿਆਂ ਨੇ ਫੁੱਲ ਚੜਾਉਣੇ ਔਰ ਕੌਮ ਉਹਨਾਂ ਫੈਸਲਿਆਂ ਦੇ ਉੱਪਰ ਫੁੱਲ ਵੀ ਚੜਾਉਂਦੀ ਸੀਗੀ। ਇਹ ਸਾਰਾ ਕੁਝ ਸਾਨੂੰ ਇਤਿਹਾਸ ਪੜ੍ਹਨ ਤੋਂ ਪਤਾ ਲੱਗਦਾ ਹੈ। ਅੱਜ ਆਪਾਂ ਅਜੋਕੇ ਸਮੇਂ ਦੀ ਗੱਲਬਾਤ ਕਰਾਂਗੇ। ਸਰਬੱਤ ਖਾਲਸਾ ਕਈ ਸਾਲਾਂ ਬਾਅਦ ਅੱਜ ਤੋਂ ਤਕਰੀਬਨ ਨਹੀਂ, ਮਾफ़ ਕਰਨਾ, ਤਕਰੀਬਨ ਲਫ਼ਜ਼ ਮੇਰੇ ਮੂੰਹੋਂ ਨਿਕਲ ਗਿਆ। ਅੱਜ ਤੋਂ 6 ਸਾਲ ਪਹਿਲਾਂ ਚੱਬੇ ਦੀ ਧਰਤੀ ਤੇ, ਮਾਝੇ ਦੇ ਵਿੱਚ ਚੱਬੇ ਦੀ ਧਰਤੀ ਦੇ ਉੱਪਰ ਸਰਬੱਤ ਖਾਲਸਾ ਹੋਇਆ ਸੀਗਾ ਔਰ ਉਸ ਸਰਬੱਤ ਖਾਲਸਾ ਦੇ ਵਿੱਚ ਹੋ ਸਕਦਾ ਜਿੰਨੇ ਜਣੇ ਮੇਰੀ ਗੱਲਬਾਤ ਨੂੰ ਸੁਣ ਰਹੇ ਨੇ ਤੁਹਾਡੇ ਵਿੱਚੋਂ ਵੀ ਵੱਡੀ ਗਿਣਤੀ ਵਿੱਚ ਬਹੁਤ ਸਾਰੇ ਸੱਜਣਾਂ ਨੇ ਸ਼ਮੂਲੀਅਤ ਕੀਤੀ ਹੋਵੇ। ਮੈਂ ਵੀ ਉਸ ਸਰਬੱਤ ਖਾਲਸਾ ਦੇ ਵਿੱਚ ਸ਼ਾਮਲ ਹੋਣ ਵਾਸਤੇ ਗਿਆ ਸੀਗਾ। ਮੈਂ ਜਿਸ ਨਜ਼ਰ ਦੇ ਨਾਲ ਗਿਆ ਸੀਗਾ, ਮੈਂ ਜਿਸ ਨਜ਼ਰੀਏ ਤੋਂ ਉਸ ਸਰਬੱਤ ਖਾਲਸੇ ਨੂੰ ਵੇਖਿਆ, ਮੈਂ ਇਹ ਸੋਚ ਕੇ ਗਿਆ ਸੀਗਾ ਕਿ ਮੈਂ ਇੱਥੇ ਜਿਹੜੇ ਸਿੱਖ ਵੀਰ ਤੇ ਭੈਣਾਂ ਇਕੱਠੇ ਹੋਏ ਨੇ, ਮੈਂ ਉਹਨਾਂ ਦੇ ਚਿਹਰੇ ਪੜ੍ਹਨ ਵਾਸਤੇ ਗਿਆ ਸੀਗਾ। ਮੈਂ ਵੇਖ ਰਿਹਾ ਸੀਗਾ ਵੀ ਉਹ ਕੀ ਮਹਿਸੂਸ ਕਰਦੇ ਨੇ, ਉਹਨਾਂ ਦੇ ਦਿਲੋਂ ਦਿਮਾਗ ਦੇ ਉੱਪਰ ਕੀ ਛਾਇਆ ਹੋਇਆ, ਕੀ ਚੱਲ ਰਿਹਾ ਹੈਗਾ। ਜਿਹੜੇ ਸਿੱਖ ਉੱਥੇ ਸ਼ਮੂਲੀਅਤ ਕਰਨ ਵਾਸਤੇ, ਕਿਉਂਕਿ ਬਹੁਤ ਹੀ ਦੂਰ ਤੱਕ ਪੁਲਿਸ ਨੇ ਬੈਰੀਕੇਡ ਲਾ ਕੇ ਰੁਕਿਆ ਹੋਇਆ ਸੀਗਾ ਵੀ ਤੁਸੀਂ ਅੱਗੇ ਨਹੀਂ ਜਾ ਸਕਦੇ। ਬਹੁਤ ਸਾਰੇ ਲੋਕਾਂ ਨੂੰ ਅੱਗੇ ਜਾਣ ਤੋਂ ਮਨਾਹੀ ਵੀ ਕੀਤੀ ਜਾ ਰਹੀ ਸੀਗੀ, ਪਰ ਵੱਖ-ਵੱਖ ਢੰਗ ਤਰੀਕਿਆਂ ਦੇ ਨਾਲ ਸਿੱਖ ਉੱਥੇ ਪਹੁੰਚੇ। ਸੋ ਬੈਰੀਕੇਡ ਪੱਕਾ ਵੀ ਨਹੀਂ ਹੈਗਾ ਕਿ ਲਾਏ ਸੀਗੇ ਵੀ ਜਾਣ ਹੀ ਨਹੀਂ ਦੇਣਾ ਹੈਗਾ। ਸੋ ਬੜੀ ਜ਼ਿਆਦਾ ਕਹਿਣ ਦਾ ਮਤਲਬ ਵੀ ਕਾਫੀ ਜ਼ਿਆਦਾ ਔਖਾ ਕੀਤਾ ਸੀਗਾ ਵੀ ਬਹੁਤ ਸਾਰੇ ਲੋਕ ਹੋ ਸਕਦਾ ਡਰ ਭੈ ਦੇ ਨਾਲ ਜਾਣ ਹੀ ਨਾ। ਸੋ ਸਰਕਾਰਾਂ ਜਾਂ ਹਕੂਮਤਾਂ ਕਈ ਵਾਰ ਨਹੀਂ ਚਾਹੁੰਦੀਆਂ ਹੁੰਦੀਆਂ ਕਿ ਤੁਸੀਂ ਵੱਡਾ ਇਕੱਠ ਕਰਕੇ ਤੇ ਵਿਖਾਓ, ਪੂਰੀ ਦੁਨੀਆ ਵੇਖੇ ਕਿ ਹਾਂ ਵੀ ਇਹਨਾਂ ਨੇ ਇੱਕ ਵੱਡਾ ਇਕੱਠ ਕੀਤਾ ਹੈਗਾ। ਔਰ ਹਕੂਮਤਾਂ ਦੇ ਜ਼ੁਲਮੋ ਸਿਤਮ ਜਿਹੜੇ ਨੇ, ਕਿਉਂਕਿ ਨਸ਼ਰ ਹੁੰਦੇ ਆ ਵੀ ਐਡੇ ਵੱਡੀ ਗਿਣਤੀ ਵਿੱਚ ਲੋਕਾਂ ਨੇ ਇਕੱਠੇ ਹੋ ਕੇ ਹਕੂਮਤਾਂ ਦੇ ਧੱਕਿਆਂ ਦੇ ਬਾਰੇ ਜ਼ਿਕਰ ਕੀਤਾ ਹੈਗਾ ਜਾਂ ਉੱਥੇ ਵਿਚਾਰਾਂ ਹੋਈਆਂ ਨੇ, ਐਡੀ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋਏ ਸੀਗੇ। ਸੋ ਇਸ ਕਰਕੇ ਰੁਕਾਵਟਾਂ ਪਾਉਣ ਦੇ ਯਤਨ ਕੀਤੇ ਜਾਂਦੇ ਨੇ ਵੀ ਕਿਸੇ ਤਰੀਕੇ ਦੇ ਨਾਲ ਇਹ ਇਕੱਠੇ ਨਾ ਹੋਣ। ਪਰ ਖੈਰ ਮੈਂ ਵੇਖ ਰਿਹਾ ਸੀਗਾ ਕਿ ਜਦੋਂ ਲੋਕ ਪੈਦਲ ਚੱਲ ਕੇ ਕਿੰਨੀ ਦੂਰ ਤੱਕ, ਚੱਬੇ ਦੀ ਧਰਤੀ ਤੱਕ, ਜਿੱਥੇ ਪੰਡਾਲ ਲੱਗਾ ਹੋਇਆ ਸੀਗਾ ਬਹੁਤ ਹੀ ਜ਼ਿਆਦਾ ਵੱਡਾ, ਕਈ ਖੇਤ ਸੀਗੇ ਜਿੱਦਾਂ, ਉੱਥੇ ਤੱਕ ਜਾਣ ਦੀ ਕੋਸ਼ਿਸ਼ ਕਰਦੇ ਸੀਗੇ। ਔਰ ਜਿਹੜੇ ਬਜ਼ੁਰਗ ਵੀ ਸੀਗੇ ਨਾ, ਚਾਹੇ ਜਦੋਂ ਉਹ ਪੈਦਲ ਚੱਲ ਕੇ ਜਾ ਰਹੇ ਸੀਗੇ ਤਾਂ ਮੈਂ ਉਹਨਾਂ ਦੇ ਚਿਹਰਿਆਂ ਦੇ ਹਾਵ ਭਾਵ, ਮੈਂ ਉਹਨਾਂ ਦੀ ਬਾਡੀ ਲੈਂਗੁਏਜ ਪੜ੍ਹਨ ਦੀ ਕੋਸ਼ਿਸ਼ ਕਰ ਰਿਹਾ ਸੀਗਾ ਵੀ ਉਹਨਾਂ ਦੇ ਅੰਦਰ ਚੱਲਦਾ ਕੀ ਪਿਆ ਹੈਗਾ। ਮੈਂ ਜੋ ਮਹਿਸੂਸ ਕੀਤਾ ਮੈਂ ਤੁਹਾਡੇ ਨਾਲ ਗੱਲਾਂ ਸਾਂਝੀਆਂ ਕਰਦਾ। ਔਰ ਨਾਲ ਇਹਨਾਂ ਪਿਛਲੇ 6 ਵਰ੍ਹਿਆਂ ਦੇ ਦੌਰਾਨ ਕੌਮ ਕਿੱਥੇ ਖੜੀ ਹੈ, ਸਰਬੱਤ ਖਾਲਸਾ ਵਿੱਚ ਚੁਣੇ ਗਏ ਜਥੇਦਾਰਾਂ ਨੇ ਹੁਣ ਤੱਕ ਕੀ ਕਾਰਗੁਜ਼ਾਰੀ ਨਿਭਾਈ ਹੈ, ਔਰ ਕੌਮ ਕੀ ਉਸ ਸਰਬੱਤ ਖਾਲਸਾ ਵਿੱਚ ਦਿੱਤੇ ਗਏ ਪ੍ਰੋਗਰਾਮਾਂ ਤੋਂ ਕੋਈ ਲਾਹਾ ਲੈ ਸਕੀ ਹੈ। ਆਪਾਂ ਸਾਰਾ ਕੁਝ ਵਿਚਾਰਨ ਦੀ ਕੋਸ਼ਿਸ਼ ਕਰਾਂਗੇ। ਮੈਂ ਬੇਨਤੀ ਕਰੂੰਗਾ ਜਿੰਨੇ ਵੀ ਸੱਜਣ ਗੱਲਬਾਤ ਨੂੰ ਸੁਣ ਰਹੇ ਨੇ, ਤੁਸੀਂ ਵੀ ਗੱਲਬਾਤ ਦੇ ਵਿੱਚ ਦਰਸ਼ਕੋ ਜ਼ਰੂਰ ਸ਼ਾਮਿਲ ਹੋਵੋ। ਤੁਸੀਂ ਵੀ ਕਮੈਂਟ ਬਾਕਸ ਦੇ ਵਿੱਚ ਜਾ ਕੇ ਜ਼ਰੂਰ ਕਮੈਂਟ ਕਰਨ ਦੀ ਕੋਸ਼ਿਸ਼ ਕਰਿਓ ਕਿ ਇਹਨਾਂ 6 ਵਰ੍ਹਿਆਂ ਦੇ ਦੌਰਾਨ ਤੁਹਾਨੂੰ ਕੀ ਲੱਗਦਾ ਹੈ ਕਿ ਕੌਮ ਅੱਗੇ ਗਈ ਹੈ ਜਾਂ ਕੌਮ ਉੱਥੇ ਖਲੋਤੀ ਹੈ ਜਾਂ ਕੌਮ ਪਿੱਛੇ ਗਈ ਹੈ, ਜਾਂ ਸਰਬੱਤ ਖਾਲਸਾ ਵਿੱਚ ਜਿਹੜੇ ਜਥੇਦਾਰ ਚੁਣੇ ਗਏ ਸੀਗੇ ਸਮੇਤ ਜਥੇਦਾਰ ਭਾਈ ਜਗਤਾਰ ਸਿੰਘ ਜੀ ਹਵਾਰਾ, ਨਜ਼ਰਬੰਦ ਤਿਹਾੜ ਜੇਲ੍ਹ ਦਿੱਲੀ ਸਮੇਤ ਉਹਨਾਂ ਦੇ, ਤੁਹਾਨੂੰ ਕੀ ਲੱਗਦਾ ਕਿ ਕਿਹੜੇ ਜਥੇਦਾਰ ਨੇ, ਕਿਹੜੇ ਆਗੂ ਨੇ ਜਿਨ੍ਹਾਂ ਨੇ ਉਸ ਤੋਂ ਬਾਅਦ ਆਪਣੀ ਜਥੇਦਾਰੀ ਨੂੰ ਵਧੀਆ ਤਰੀਕੇ ਦੇ ਨਾਲ ਨਿਭਾਇਆ? ਜ਼ਰੂਰ ਕਮੈਂਟ ਕਰਨ ਦੀ ਕੋਸ਼ਿਸ਼ ਕਰਿਓ। ਖੈਰ ਆਪਾਂ ਗੱਲ ਕਰ ਰਹੇ ਸੀਗੇ ਵੀ ਮੈਂ ਉਹਨਾਂ ਦੀ ਬਾਡੀ ਲੈਂਗੁਏਜ ਪੜ੍ਹਨ ਦੀ ਕੋਸ਼ਿਸ਼ ਕਰ ਰਿਹਾ ਸੀਗਾ ਵੀ ਕੀ ਚੱਲ ਰਿਹਾ, ਜੋ ਮੈਂ ਮਹਿਸੂਸ ਕੀਤਾ। ਮੈਂ ਆਪਣਾ ਐਕਸਪੀਰੀਅੰਸ ਤੁਹਾਡੇ ਨਾਲ ਸਾਂਝਾ ਕਰਦਾ। ਅੱਜ 6 ਵਰ੍ਹੇ ਪਹਿਲਾਂ ਦਾ ਮੈਂ ਵੇਖ ਰਿਹਾ ਸੀਗਾ ਕਿ ਜਦੋਂ ਬਜ਼ੁਰਗ ਵੀ ਜਾ ਰਹੇ ਸੀ ਨਾ, ਉਹਨਾਂ ਦੀਆਂ ਅੱਖਾਂ ਦੇ ਵਿੱਚ ਇੱਕ ਖਾਸ ਕਿਸਮ ਦੀ ਚਮਕ ਸੀਗੀ। ਉਹਨਾਂ ਨੂੰ ਇਹ ਲੱਗਦਾ ਸੀਗਾ ਕਿ ਅੱਜ ਆਪਾਂ ਜਿੱਥੇ ਨੂੰ ਜਾ ਰਹੇ ਹਾਂ ਨਾ, ਉੱਥੋਂ ਅੱਜ ਸਾਨੂੰ, ਸਾਡੀ ਕੌਮ ਨੂੰ ਕੋਈ ਇੱਕ ਵੱਡਾ ਤੇ ਖਾਸ ਪ੍ਰੋਗਰਾਮ ਦਿੱਤਾ ਜਾਣਾ ਹੈਗਾ ਔਰ ਅੱਜ ਤੋਂ ਬਾਅਦ ਸਾਡੀ ਕੌਮ ਦੇ ਹਾਲਾਤ ਵੱਖਰੀ ਤਰ੍ਹਾਂ ਦੇ ਹੋ ਜਾਣਗੇ। ਸਾਡੀ ਕੌਮ ਦੇ ਹਾਲਾਤ ਅੱਜ ਤੋਂ ਬਾਅਦ ਬਹੁਤ ਹੀ ਜ਼ਿਆਦਾ ਬਦਲ ਜਾਣਗੇ, ਭਾਵ ਕਿ ਚੰਗੇ ਹੋ ਜਾਣਗੇ। ਇੱਦਾਂ ਇੱਕ ਆਸ ਦੀ ਕਿਰਨ, ਇੱਕ ਆਸ ਦੀ ਚਮਕ ਸੀਗੀ ਉਹਨਾਂ ਦੇ ਚਿਹਰਿਆਂ ਦੇ ਉੱਪਰ, ਜੋ ਮੈਂ ਮਹਿਸੂਸ ਕੀਤਾ। ਔਰ ਵਾਕਈ ਹੋਇਆ ਵੀ ਇੰਜ ਹੀ। ਸਰਬੱਤ ਖਾਲਸਾ ਕਰਨ ਦੀ ਲੋੜ ਕਿਉਂ ਪਈ, ਆਪਾਂ ਟੁੱਕ ਮਾਤਰ ਉਹ ਵੀ ਗੱਲਬਾਤ ਕਰ ਲੈਂਦੇ ਹਾਂ।
ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਸਰੂਪਾਂ ਦੀਆਂ ਬੇਅਦਬੀਆਂ ਦਾ ਦੌਰ ਆਪਾਂ ਸਾਰੇ ਜਾਣਦੇ ਹਾਂ। ਬਾਈਬਲ ਕਲਾਂ, ਕੋਟਕਪੂਰਾ ਗੋਲੀकांड ਸਾਰਾ ਕੁਝ ਸਾਡੀ ਅੱਖਾਂ ਦੇ ਸਾਹਮਣੇ ਵਾਪਰਿਆ। ਹਾਲੇ ਕੱਲ੍ਹ ਦੀਆਂ ਗੱਲਾਂ ਨੇ ਉਹ। 6 ਵਰ੍ਹੇ ਕਿੱਦਾਂ ਬੀਤ ਗਏ ਪਤਾ ਹੀ ਨਹੀਂ ਲੱਗਾ ਵੀ 6 ਵਰ੍ਹੇ ਕਿਹੜੇ ਵੇਲੇ ਤੇ ਕਦੋਂ ਬੀਤ ਗਏ। ਇਹਨਾਂ 6 ਵਰ੍ਹਿਆਂ ਦੇ ਵਿੱਚ ਕੀ ਕੋਈ ਇਨਸਾਫ ਮਿਲ ਸਕਿਆ ਜਾਂ ਨਹੀਂ ਮਿਲ ਸਕਿਆ, ਸਾਰਾ ਕੁਝ ਸਾਡੇ ਸਾਰਿਆਂ ਦੇ ਸਾਹਮਣੇ ਹੀ ਹੈਗਾ। ਔਰ ਅਸੀਂ ਕਿੱਥੇ ਖਲੋਤੇ ਹੈਗੇ ਆ, ਸਾਡੇ ਲੀਡਰ ਕਿੱਥੇ ਖੜੇ ਹੈਗੇ ਆ, ਉਹ ਵੀ ਸਾਡੇ ਸਾਰਿਆਂ ਦੇ ਸਾਰਾ ਕੁਝ ਸਾਹਮਣੇ ਹੀ ਹੈ। ਪਰ ਉਹਦੇ 'ਤੇ ਚਰਚਾ ਵੀ ਕਰਨੀ ਜ਼ਰੂਰ ਬਣਦੀ ਹੈ, ਕਿਉਂਕਿ ਜਦੋਂ ਆਪਾਂ ਕੋਈ ਵੀ ਕੰਮ ਕਰਦੇ ਹਾਂ, ਜੇ ਕੋਈ ਆਪਣੇ ਘਰੇਲੂ ਕੰਮ ਕਰਦੇ ਹਾਂ, ਆਪਾਂ ਬਹਿ ਕੇ ਵਿਚਾਰ ਕਰਦੇ ਹਾਂ ਨਾ ਵੀ ਕੀ ਹੋਇਆ, ਵੀ ਆਪਾਂ ਕਿੱਥੇ ਖੜੇ ਹਾਂ ਅੱਜ, ਕਿੱਥੇ ਕਿੱਥੇ ਕਮੀਆਂ ਰਹਿ ਗਈਆਂ, ਫਿਰ ਆਪਾਂ ਉਹਨਾਂ ਕਮੀਆਂ ਨੂੰ ਦਰੁਸਤ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਔਰ ਮੈਂ ਵੇਖਦਾ ਕਿ ਜਿਹੜੇ ਸਾਡੇ ਆਗੂ ਨੇ ਅੱਜ ਕਿੰਨੀ ਕੁ ਵਾਰੀ ਉਹ ਜਿਹੜੇ ਜਥੇਦਾਰ ਚੁਣੇ ਗਏ ਸੀਗੇ ਇਕੱਠੇ ਹੋ ਕੇ ਬੈਠੇ ਆ ਉਹ, ਜਾਂ ਉਹਨਾਂ ਨੇ ਸੋਚਿਆ ਵੀ ਆਪਾਂ ਚਲੋ ਬੈਠੀਏ ਤਾਂ ਸਹੀ ਹੈ, ਬੈਠ ਕੇ ਵੇਖੀਏ ਸਹੀ ਆਪਾਂ ਕਿੱਥੇ ਖੜੇ ਹੈਗੇ ਆ। ਖੈਰ ਆਪਾਂ ਗੱਲ ਕਰ ਰਹੇ ਸੀਗੇ ਵੀ ਸਰਬੱਤ ਖਾਲਸਾ ਕਰਨ ਦੀ ਜ਼ਰੂਰਤ ਕਿਉਂ ਪਈ। ਉਸ ਤੋਂ ਪਹਿਲਾਂ ਦੇ ਹਾਲਾਤ ਜਿਹੜੇ ਸੀਗੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਸਰੂਪਾਂ ਦੀਆਂ ਬੇਅਦਬੀਆਂ ਹੁੰਦੀਆਂ ਨੇ। ਆ ਸੌਦਾ ਸਾਹਿਬ ਜਿਹੜਾ ਹੈਗਾ ਇਹ ਵੀ ਉਦੋਂ ਭੁੱਤਰਿਆ ਪਿਆ ਸੀਗਾ, ਤੁਸੀਂ ਸਾਰੇ ਜਾਣਦੇ ਆ, ਆਪਾਂ ਸਾਰੇ ਜਾਣਦੇ ਆ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਸਰੂਪ ਚੋਰੀ ਕੀਤੇ ਜਾਂਦੇ ਨੇ। ਚੋਰੀ ਕਰਨ ਤੋਂ ਬਾਅਦ ਕੰਧਾਂ ਦੇ ਉੱਪਰ ਬਕਾਇਦਾ ਪੋਸਟਰ ਲਗਾਏ ਜਾਂਦੇ ਨੇ ਕਿ ਸਿੱਖੋ ਅਸੀਂ ਤੁਹਾਡਾ ਗੁਰੂ ਚੋਰੀ ਕੀਤਾ ਹੈ, ਜੇ ਤੁਹਾਡੇ ਵਿੱਚ ਹਿੰਮਤ ਹੈ ਤਾਂ ਤੁਸੀਂ ਆਪਣਾ ਗੁਰੂ ਲੱਭ ਕੇ ਵਿਖਾਓ। ਕੱਲੀ ਆਹੀ ਸ਼ਬਦਾਵਲੀ ਨਹੀਂ ਸੀਗੀ, ਇਸ ਤੋਂ ਵੀ ਜ਼ਿਆਦਾ ਹੋਰ ਹੀ ਬੜੀ ਹੀ ਜ਼ਿਆਦਾ ਮੰਦੀ ਸ਼ਬਦਾਵਲੀ ਸੀਗੀ ਜਿਹੜੀ ਮੈਂ ਇੱਥੇ ਵਰਤ ਨਹੀਂ ਸਕਦਾ ਹੈਗਾ। ਸਾਰੀਆਂ ਸ਼ਰਮ ਹਯਾ ਦੀਆਂ ਹੱਦਾਂ ਤੇ ਬੰਨੇ ਟੱਪੇ ਸੀ ਉਹ ਲੋਕ ਜਿਨ੍ਹਾਂ ਨੇ ਉਹ ਸਾਰੀ ਲਿਖਤ ਲਿਖੀ ਸੀਗੀ। ਅੱਜ ਆ ਪਿੱਛੇ ਜ਼ਾਹਰ ਹੋ ਚੁੱਕਾ ਸਾਰਾ ਕੁਝ ਵੀ ਕਿਹਨਾਂ ਦੀਆਂ ਲਿਖਤਾਂ ਸੀਗੀਆਂ। ਉਹ ਡੇਰਾ ਪ੍ਰੇਮੀ ਹੀ ਸੀਗੇ, ਉਹਨਾਂ ਦੀ ਲਿਖਤ ਦੇ ਨਾਲ ਸਾਰਾ ਕੁਝ ਹੁਣ ਰਲਾ ਮਿਲਾ ਕੇ ਦੇਖਿਆ ਗਿਆ। ਸਿੱਟਾਂ ਬਣਦੀਆਂ, ਸਾਰਾ ਕੁਝ ਕਮਿਸ਼ਨ ਬਣਦੇ ਆ, ਸਿੱਟਾਂ ਬਣਦੀਆਂ। ਪਹਿਲੀ ਸਿੱਟ ਕਹਿੰਦੀ ਨਹੀਂ ਜੀ ਇੱਦਾਂ ਨਹੀਂ ਸੀਗਾ, ਹੁਣ ਦੂਜੀ ਸਿੱਟ ਬਣਦੀ ਆ, ਉਹਨਾਂ ਨੇ ਸਾਰਾ ਕੁਝ ਕਹਿੰਦੇ ਜੀ ਉਹ ਲਿਖਤਾਂ ਜਿਹੜੀਆਂ ਸੀ ਉਹਨਾਂ ਦੇ ਨਾਲ ਮੈਚ ਕਰਦੀਆਂ ਵੀ ਉਹਨਾਂ ਨੇ ਸਾਰਾ ਕੁਝ ਲਿਖਿਆ ਸੀਗਾ। ਇਹ ਜਿਹੜੇ ਕੰਧਾਂ ਦੇ ਉੱਪਰ ਪੋਸਟਰ ਲਾਏ ਸੀਗੇ, ਗੰਦੀਆਂ ਗੰਦੀਆਂ ਗਾਲਾਂ ਵੀ ਲਿਖੀਆਂ ਹੋਈਆਂ ਸੀਗੀਆਂ। ਮੈਂ ਹੈਰਾਨ ਹੁੰਦਾ ਹੈ ਕਿ ਪੰਜਾਬ ਦੀ ਹੀ ਇਸ ਧਰਤੀ ਦੇ ਉੱਪਰ ਜਿੱਥੇ ਕਦੀ ਖਾਲਸੇ ਨੇ ਰਾਜ ਕੀਤਾ ਹੋਵੇ ਔਰ ਖਾਲਸਿਆਂ ਦੇ ਕਿੰਨੇ ਉਪਕਾਰ ਹੋਣ ਖਾਲਸੇ ਦੇ, ਸਾਰਾ ਕੁਝ ਭੁੱਲ ਜਾਂਦੇ ਆਪਾਂ। ਸਾਨੂੰ ਜੇ ਕੋਈ ਲੱਗਦਾ ਕਿ ਫਲਾਨਾ ਬਾਬਾ ਬਹੁਤ ਚੰਗਾ ਹੈਗਾ, ਅਸੀਂ ਉਹਦੇ ਪਿੱਛੇ ਇੰਨਾ ਜ਼ਿਆਦਾ ਲੱਗ ਤੁਰਦੇ ਹਾਂ ਕਿ ਅਸੀਂ ਉਹਦੇ ਕਹਿਣ 'ਤੇ ਜਾਂ ਉਹਦੇ ਪੈਰੋਕਾਰ ਜਿਹੜੇ ਨੇ ਹੋਰ ਉਹਦੇ ਕਰੀਬੀ, ਅਸੀਂ ਉਹਨਾਂ ਦੇ ਕਹਿਣ 'ਤੇ ਉੱਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਸਰੂਪਾਂ ਦੀਆਂ ਬੇਅਦਬੀਆਂ ਕਰਨ ਵਾਸਤੇ ਤੁਰ ਪੈਂਦੇ ਹਾਂ। ਉਸ ਤੋਂ ਬਾਅਦ ਅਸੀਂ ਇੰਨੇ ਜ਼ਿਆਦਾ ਅੱਗੇ ਵੱਧ ਜਾਂਦੇ ਹਾਂ ਕਿ ਅਸੀਂ ਉਹਨਾਂ ਹੀ ਗੁਰਸਿੱਖ ਪਿਆਰਿਆਂ ਨੂੰ, ਉਹ ਜਿਹੜੇ ਸਾਨੂੰ ਸਾਰਿਆਂ ਨੂੰ ਗਲ ਲਾਉਂਦੇ ਆਪਣੇ, ਖਾਲਸਾ ਪੰਥ, ਖਾਲਸਾ ਮੇਰਾ ਰੂਪ ਹੈ ਖਾਸ, ਜਿਹਨੂੰ ਆਖਿਆ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਗੁਰਬਾਣੀ ਵਿੱਚ ਉਪਦੇਸ਼ 4 ਵਰਨਾਂ ਕੋ ਸਾਂਝਾ। ਅਸੀਂ ਉਸ ਖਾਲਸੇ ਨੂੰ ਗੰਦੀਆਂ ਗੰਦੀਆਂ ਗਾਲਾਂ ਕੱਢਦੇ ਹਾਂ, ਕੰਧਾਂ ਦੇ ਉੱਪਰ ਪੋਸਟਰ ਲਗਾ ਦਿੰਦੇ ਹਾਂ ਕਿ ਸਿੱਖੋ ਅਸੀਂ ਤੁਹਾਡਾ ਗੁਰੂ ਚੋਰੀ ਕੀਤਾ, ਜੇ ਤੁਹਾਡੇ ਵਿੱਚ ਹਿੰਮਤ ਹੈ ਤਾਂ ਲੱਭ ਕੇ ਵਿਖਾਓ। ਇੱਥੇ ਬਸ ਨਹੀਂ ਹੁੰਦੀ, ਉਸ ਤੋਂ ਬਾਅਦ ਤੁਸੀਂ ਵੇਖਿਆ ਸਾਰਿਆਂ ਨੇ ਸਾਰਾ ਕੁਝ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਸਰੂਪ ਉਹਨਾਂ ਅੰਗ ਪਾੜੇ ਜਾਂਦੇ ਨੇ। ਪਾੜਨ ਤੋਂ ਬਾਅਦ ਉਹਨਾਂ ਨੇ ਉਹ ਗੰਦੇ ਢੇਰਾਂ ਦੇ ਉੱਪਰ ਗਲੀਆਂ ਨਾਲੀਆਂ ਦੇ ਵਿੱਚ ਖਿਲਾਰ ਦਿੱਤੇ। ਆ ਸਾਰਾ ਕੁਝ ਸਿੱਖ ਕੌਮ ਨੇ ਆਪਣੀਆਂ ਅੱਖਾਂ ਦੇ ਨਾਲ ਵੇਖਿਆ, ਅਸੀਂ ਸਾਰਾ ਕੁਝ ਵੇਖਿਆ। ਅਸੀਂ ਰਿਪੋਰਟਿੰਗ ਕਰਦੇ ਰਹੇ, ਅਸੀਂ ਦੱਸਦੇ ਰਹੇ ਹਾਂ ਕਿ ਆਹ ਕੁਝ ਵਾਪਰਿਆ ਇੱਥੇ, ਅਸੀਂ ਪੱਤਰਕਾਰੀ ਕਰਦੇ ਰਹੇ ਹਾਂ, ਬੜੇ ਦੁਖੀ ਮਨ ਦੇ ਨਾਲ ਲਿਖਦੇ ਰਹੇ ਹਾਂ, ਬੜੇ ਦੁਖੀ ਮਨ ਦੇ ਨਾਲ ਆਪਣੀ ਜ਼ਬਾਨੋਂ ਬਿਆਨ ਕਰਦੇ ਰਹੇ ਹਾਂ। ਗੁੱਸਾ ਵੀ ਆਉਂਦਾ ਸੀਗਾ, ਇੱਕ ਰੋਹ ਵੀ ਆਉਂਦਾ ਸੀਗਾ। ਪੱਤਰਕਾਰ ਆ, ਸਿੱਖ ਪੱਤਰਕਾਰ ਵੀ ਹੈਗੇ ਆ, ਇਨਸਾਨੀਅਤ ਵੀ ਅੰਦਰ ਘੁੰਮਦੀ ਆ, ਸਾਰਾ ਕੁਝ ਘੁੰਮਦਾ ਅੰਦਰ। ਸੋ ਇੱਕ ਰੋਹ ਵੀ ਹੁੰਦਾ ਸੀਗਾ ਵੀ ਹੱਦ ਹੋ ਗਈ, ਕਮਾਲ ਦੇ ਨੇ ਉਹ ਲੋਕ। ਖੈਰ ਉਸ ਤੋਂ ਬਾਅਦ ਜੋ ਹਾਲਾਤ ਬਣੇ, ਕੌਮ ਨੂੰ ਮਹਿਸੂਸ ਹੋਇਆ ਕਿ ਹੁਣ ਸਾਨੂੰ ਸਿਰ ਜੋੜ ਕੇ ਬਹਿਣਾ ਚਾਹੀਦਾ ਹੈਗਾ। ਇੰਤਹਾ ਹੋ ਗਈ, ਹੱਦ ਹੋ ਗਈ ਹੈ। ਇਸ ਤੋਂ ਜ਼ਿਆਦਾ ਹੋਰ ਅਸੀਂ ਕੀ ਵੇਖਣਾ ਚਾਹੁੰਦੇ ਹਾਂ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਸਰੂਪਾਂ ਦੀ ਬੇਅਦਬੀ ਹੋ ਗਈ। ਇਸ ਤੋਂ ਪਹਿਲਾਂ ਤੇ ਕੌਮ ਨੇ ਬਹੁਤ ਕੁਝ ਵੇਖਿਆ। ਮੈਂ ਬੇਨਤੀ ਕਰਾਂ, ਹੁਣ ਕਈ ਸੱਜਣ ਕਮੈਂਟ ਕਰਨਗੇ ਕਿ ਬੇਅਦਬੀਆਂ ਦਾ ਦੌਰ 2015 ਨਹੀਂ, ਇਹ ਤਾਂ 1947 ਤੋਂ। ਮੈਂ ਮੰਨਦਾ ਇਸ ਗੱਲ ਨੂੰ ਕਿ ਉਦੋਂ ਤੋਂ ਹੀ ਜਾਰੀ ਹੈਗਾ ਵੱਖ-ਵੱਖ ਰੂਪਾਂ ਦੇ ਵਿੱਚ, ਪਰ ਆਹ ਤਾਂ ਸਿਖਰ ਹੋ ਗਈ ਨਾ। ਕੰਧਾਂ ਦੇ ਉੱਪਰ ਬਕਾਇਦਾ ਚੈਲੰਜ ਕਰਕੇ ਪੋਸਟਰ ਲਗਾ ਕੇ ਚੈਲੰਜ ਕਰਕੇ ਤੇ ਬੇਅਦਬੀਆਂ ਕੀਤੀਆਂ ਗਈਆਂ। ਸੋ ਇਹ ਸਾਰਾ ਕੁਝ ਅਸੀਂ ਆਪਣੀਆਂ ਅੱਖਾਂ ਦੇ ਨਾਲ ਵੇਖਿਆ। ਖੈਰ ਉਸ ਤੋਂ ਬਾਅਦ ਤੁਸੀਂ ਦੇਖੋ ਪਈ ਇੰਤਹਾ ਹੋ ਗਈ। ਜਿਹੜੀ ਮੈਂ ਲਫ਼ਜ਼ ਬੋਲਿਆ ਹੈਗਾ ਇਸ ਤੋਂ ਪਹਿਲਾਂ, ਫੇਕ ਐਨਕਾਊਂਟਰ ਸਿੱਖ ਕੌਮ ਨੇ ਆਪਣੇ ਪਿੰਡੇ ਦੇ ਉੱਪਰ ਝੱਲੇ। ਇਸ ਤੋਂ ਪਹਿਲਾਂ ਸਿੱਖ ਕੌਮ ਨੂੰ ਅੱਤਵਾਦੀ ਕਹਿ ਕੇ ਭੰਡਿਆ ਗਿਆ, ਵੱਖ-ਵੱਖ ਜੇਲ੍ਹਾਂ ਦੇ ਵਿੱਚ ਉਹਨਾਂ ਨੂੰ ਤਾੜਿਆ ਗਿਆ, ਬੰਦ ਕੀਤਾ ਗਿਆ, ਸਜ਼ਾਵਾਂ ਪੂਰੀਆਂ ਕਰ ਚੁੱਕਣ ਦੇ ਬਾਵਜੂਦ ਵੀ ਉਹਨਾਂ ਨੂੰ ਰਿਹਾ ਨਹੀਂ ਕੀਤਾ ਗਿਆ। ਇਹ ਸਿੱਖਾਂ ਨੇ ਆਪਣੇ ਪਿੰਡ ਦੇ ਉੱਪਰ ਝੱਲਿਆ, ਜਾਂ ਕਹਿ ਲਓ ਵੀ ਸਿੱਖਾਂ ਨੂੰ ਇਹ ਇਨਾਮ ਦਿੱਤਾ ਗਿਆ ਇਸ ਮੁਲਕ ਦੇ ਵਿੱਚ, ਆਪਣੇ ਹੱਕ ਮੰਗਦੇ ਹੋ ਤਾਂ ਤੁਹਾਡੇ ਨਾਲ ਆਹ ਕੁਛ ਹੋਊਗਾ। ਔਰ ਹੋਇਆ, ਕੀਤਾ ਉਹਨਾਂ ਨੇ। ਵੱਖ-ਵੱਖ ਸਰਕਾਰਾਂ ਨੇ, ਭਾਵੇਂ ਕਿਸੇ ਵੀ ਸਿਆਸੀ ਪਾਰਟੀ ਦੀ ਸਰਕਾਰ ਕਿਉਂ ਨਾ ਰਹੀ ਹੋਵੇ, ਸਾਰਾ ਕੁਛ ਕੀਤਾ ਉਹਨਾਂ ਨੇ। ਔਰ ਸਿੱਖਾਂ ਨੂੰ ਆਪਣੇ ਪਿੰਡ ਦੇ ਉੱਪਰ ਸਾਰਾ ਕੁਝ ਝੱਲਣਾ ਪਿਆ। ਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਸਰੂਪਾਂ ਦੀਆਂ ਬੇਅਦਬੀਆਂ ਚੈਲੰਜ ਕਰਕੇ ਇੰਤਹਾ ਹੋ ਗਈ। ਹੁਣ ਉਸ ਵੇਲੇ ਜਿਹਨਾਂ ਦੀਆਂ ਸਰਕਾਰਾਂ ਸੀਗੀਆਂ ਉਹ ਕਹਿੰਦੇ ਕਿ ਸਾਨੂੰ ਸੜਕਾਂ ਦੇ ਉੱਪਰ ਤੁਰੀ ਜਾਂਦੀ ਕੀੜੀ ਵੀ ਨਜ਼ਰ ਆਉਂਦੀ ਹੈ, ਕੀੜੀ ਨਜ਼ਰ ਆਉਂਦੀ ਹੈ, ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਸਰੂਪਾਂ ਦੀਆਂ ਬੇਅਦਬੀਆਂ ਕਰਨ ਵਾਲੇ ਕਿਉਂ ਨਹੀਂ ਨਜ਼ਰ ਆਉਂਦੇ।
सिख मोर्चे लाउंदे आ, सिख धरना लाउंदे आ इंसाफ मंगण दे वास्ते, सिद्धियां गोलियां दागीਆਂ ਜਾਂਦੀਆਂ ने। फिर कहा जाता कि अणपछाती पुलिस, भला पुलिस भी अणपछाती हुंदी है। दुनिया भर विच वसदे इंसाफ पसंद लोग दस्सण भला कदी पुलिस भी अतवादी हुंदी है। आम लोग जे किते कोई हमला कर देण तां हो सकदा भी अणपछाते सिगे बंदे। हुण पुलिस वालियां दे इत्थे नेम प्लेट भी लगी हुंदी है, उन्हां नूं जिहड़ा असला दित्ता हुंदा हैगा ਇਹ भी रिकॉर्ड ਦੇ ਵਿੱਚ ਹੁੰਦਾ ਹੈਗਾ कि ਕਿਹੜੇ ਪੁਲਿਸ ਵਾਲੇ ਦੇ ਕੋਲ ਕਿਹੜਾ ਅਸਲਾ ਹੈਗਾ, ਉਹਨੂੰ ਕਿੰਨੇ ਰੌਂਦ ਦਿੱਤੇ ਗਏ ਨੇ, ਉਹ ਵੀ ਪੂਰਾ ਰਿਕਾਰਡ ਦੇ ਵਿੱਚ ਹੁੰਦਾ ਹੈਗਾ, ਕਿੰਨੇ ਵਰਤ ਲਏ ਆ, ਸਾਰਾ ਕੁਝ ਰਿਕਾਰਡ ਦੇ ਵਿੱਚ ਹੁੰਦਾ ਹੈਗਾ। ਪੁਲਿਸ ਵਾਲਾ ਮੈਨੂੰ ਨਹੀਂ ਲੱਗਦਾ ਕਿ ਕਦੀ ਆਪਦੀ ਮਰਜ਼ੀ ਦੇ ਨਾਲ ਉਹ ਗੋਲੀ ਚਲਾ ਸਕਦਾ। ਹਦਾਇਤ ਆਉਂਦੀ ਹੈ ਉੱਪਰੋਂ, ਸਾਰਾ ਕੁਝ ਕਿਹਾ ਜਾਂਦਾ, ਵੱਡੇ ਉੱਪਰਲੇ ਅਫਸਰ ਕਹਿੰਦੇ ਆ ਵੀ ਹਾਂ ਵੀ ਆਹ ਕਰ ਦਿਓ ਤਾਂ ਉਹ ਕਰ ਦਿੰਦੇ ਆ। ਵਰਨਾ ਉਹ ਤੇ ਬੜੇ ਆਰਾਮ ਦੇ ਨਾਲ ਉੱਥੇ ਜਿੱਥੇ ਧਰਨਾ ਲੱਗਾ ਸੀਗਾ ਕੋਟਕਪੂਰਾ, ਉਹ ਤੇ ਬੜੇ ਆਰਾਮ ਦੇ ਨਾਲ, ਮੈਂ ਉੱਥੇ ਵੀ ਗਿਆ ਸੀਗਾ, ਮੈਂ ਉੱਥੇ ਵੀ ਜਾ ਕੇ ਵੇਖ ਕੇ ਆਇਆ। ਮੈਂ ਉੱਥੇ ਬੜੇ ਆਰਾਮ ਦੇ ਨਾਲ ਗੁਰੂ ਕੇ ਸਿੱਖਾਂ ਨੇ ਜਿਹੜੇ ਲੰਗਰ ਤਿਆਰ ਕੀਤੇ ਸੀਗੇ ਉਹ ਲੰਗਰ ਛਕ ਰਹੇ ਸੀਗੇ। ਗੁਰੂ ਕੇ ਸਿੱਖਾਂ ਦਾ ਹੀ ਲੰਗਰ ਛਕ ਰਹੇ ਸੀਗੇ। ਉਹ ਤਾਂ ਗੁਰੂ ਕੇ ਲੰਗਰ ਛਕ ਰਹੇ ਸੀਗੇ। ਗੁਰੂ ਕੇ ਸਿੱਖਾਂ ਨੇ ਉੱਥੇ ਚਾਹ ਪਾਣੀ ਦਾ ਪ੍ਰਬੰਧ ਕੀਤਾ ਸੀਗਾ, ਚਾਹ ਪਾਣੀ ਪੀ ਰਹੇ ਸੀਗੇ। ਉਹ ਤੇ ਖੁਸ਼ ਸੀਗੇ ਪੁਲਿਸ ਵਾਲੇ ਬੜੇ। ਪਰ ਉੱਪਰੋਂ ਜਦੋਂ ਹਦਾਇਤਾਂ ਆ ਗਈਆਂ ਉਹਨਾਂ ਨੇ ਜਿਨ੍ਹਾਂ ਦੇ ਲੰਗਰਾਂ ਵਿੱਚ, ਮਾफ़ ਕਰਨਾ ਕਈਆਂ ਨੂੰ ਬੁਰਾ ਲੱਗੂਗਾ ਇਹ, ਪਰ ਚਲੋ ਖੈਰ ਮੈਂ ਇਸ ਗੱਲ ਨੂੰ ਇੱਥੇ ਕੀ ਛੱਡ ਦਿੰਦਾ, ਇਸ਼ਾਰਾ ਜਿਹਾ ਸਮਝ ਗਏ ਹੋਣਗੇ ਜਿਹਨੇ ਸਮਝਣਾ ਹੈਗਾ। ਉਹਨਾਂ ਦੇ ਉੱਪਰ ਹੀ ਗੋਲੀਆਂ ਦਾਗੀਆਂ ਗਈਆਂ ਔਰ ਸਿੰਘਾਂ ਨੂੰ ਸ਼ਹੀਦ ਕੀਤਾ ਜਾਂਦਾ ਉੱਥੇ, ਉਹਦਾ ਵੀ ਕੋਈ ਇਨਸਾਫ ਨਹੀਂ ਮਿਲਦਾ ਹੈਗਾ ਅੱਜ ਤੱਕ ਵੀ। ਸੋ ਉਸ ਤੋਂ ਬਾਅਦ ਹਾਲਾਤ ਇੱਦਾਂ ਦੇ ਬਣ ਗਏ, ਕੌਮ ਨੂੰ ਇਹ ਲੱਗਾ ਕਿ ਇੰਤਹਾ ਹੋ ਗਈ, ਹੱਦ ਹੋ ਗਈ, ਹੁਣ ਸਾਨੂੰ ਸਿਰ ਜੋੜ ਕੇ ਬਹਿਣਾ ਚਾਹੀਦਾ। ਔਰ ਜਦੋਂ ਸਿਰ ਜੋੜ ਕੇ ਬੈਠਣ ਦਾ ਕੌਮ ਨੇ ਫੈਸਲਾ ਲਿਆ, ਕੌਮ ਦੇ ਆਗੂਆਂ ਨੂੰ ਫੈਸਲਾ ਲਿਆ, ਤਾਂ ਦੁਨੀਆ ਭਰ ਵਿੱਚ ਵਸਦੇ ਸਿੱਖਾਂ ਦੇ ਅੰਦਰ ਇੱਕ ਬੜੀ ਖੁਸ਼ੀ ਹੋਈ ਇਸ ਗੱਲ ਦੀ, ਇੱਕ ਬੜੀ ਸੰਤੁਸ਼ਟੀ ਹੋਈ ਵੀ ਠੀਕ ਆ, ਬਹੁਤ ਚੰਗੀ ਗੱਲ ਹੋਈ ਵੀ ਸਾਡੇ ਆਗੂ ਹੁਣ ਸਿਰ ਜੋੜ ਕੇ ਬੈਠਣਗੇ। ਚੱਬੇ ਦੀ ਧਰਤੀ ਤੇ ਅੱਜ ਤੋਂ 6 ਵਰੇ ਪਹਿਲਾਂ, ਚੱਬੇ ਦੀ ਧਰਤੀ ਤੇ ਅੱਜ ਤੋਂ 6 ਵਰੇ ਪਹਿਲਾਂ ਸਿੱਖ ਕੌਮ ਦੇ ਆਗੂ ਉਹਨਾਂ ਨੇ ਸੱਦਾ ਦਿੱਤਾ ਪੂਰੀ ਦੀ ਪੂਰੀ ਸਿੱਖ ਕੌਮ ਨੂੰ ਕਿ ਆਓ ਆਪਾਂ ਸਿਰ ਜੋੜ ਕੇ ਬੈਠੀਏ, ਸਰਬੱਤ ਖਾਲਸਾ ਕਰੀਏ ਔਰ ਉਸ ਸਰਬੱਤ ਖਾਲਸਾ ਦੇ ਵਿੱਚ ਅਸੀਂ ਫੈਸਲੇ ਲਈਏ, ਅਸੀਂ ਪ੍ਰੋਗਰਾਮ ਦਈਏ ਕੋਈ। ਔਰ ਮੈਂ ਬੇਨਤੀ ਕਰਾਂ ਦੂਰ ਦੁਰਾਡਿਆਂ ਤੋਂ ਲੋਕ, ਮੈਂ ਉੱਥੇ ਪੁੱਛਦਾ ਗਿਆ ਕਈਆਂ ਨੂੰ, ਬਜ਼ੁਰਗਾਂ ਨੂੰ, ਹਾਂਜੀ ਬਜ਼ੁਰਗੋ ਕਿੱਥੋਂ ਆਏ ਹੋ? ਕੋਈ ਕਹਿੰਦਾ ਮੈਂ ਪੰਜਾਬ ਦੇ ਫਲਾਣੇ ਕੋਨੇ ਤੋਂ ਆਇਆ, ਕੋਈ ਕਹਿੰਦਾ ਮੈਂ ਪੰਜਾਬੋਂ ਬਾਹਰੋਂ ਫਲਾਣੀ ਸਟੇਟ ਤੋਂ ਆਇਆ। ਮੈਨੂੰ ਤਾਂ ਕਈ ਸੱਜਣ ਇੱਦਾਂ ਦੇ ਮਿਲੇ ਜਿਹੜੇ ਕਹਿੰਦੇ ਸੀ ਵਿਦੇਸ਼ੋਂ ਆਏ ਆ। ਮੈਂ ਕਿਹਾ ਜੀ ਕਿਸੇ ਕੰਮ ਆਏ ਹੋ ਸੀਗੇ ਤੁਸੀਂ, ਆਪਣੇ ਘਰੇਲੂ ਤਾਂ ਆ ਗਏ? ਕਹਿੰਦੇ ਨਹੀਂ ਸਪੈਸ਼ਲ ਆਏ ਆ। ਸੋ ਇਸ ਤਰੀਕੇ ਦੇ ਨਾਲ ਵੱਡੀ ਗਿਣਤੀ ਵਿੱਚ ਉੱਥੇ ਸਿੱਖ ਪਹੁੰਚਦੇ ਆ। ਇੱਕ ਚਾਅ ਹੈ, ਇੱਕ ਉਤਸ਼ਾਹ ਹੈ, ਚਾਅ ਦਾ ਸਿਖਰ, ਚਾਅ ਦਾ ਜਿਹੜਾ ਸਿਖਰ ਸੀਗਾ ਉਹ ਵੀ ਮੈਂ ਤੁਹਾਨੂੰ ਦੱਸਦਾ ਕਿ ਕਿਸ ਵੇਲੇ ਚਾਅ ਦਾ ਸਿਖਰਾਂ ਦੇ ਉੱਪਰ ਸੀਗਾ। ਵੱਖ-ਵੱਖ ਆਗੂਆਂ ਨੇ ਉੱਥੇ ਆਪੋ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕੀਤਾ ਔਰ ਵੱਡੀ ਗਿਣਤੀ ਵਿੱਚ, ਵੱਡੀ ਗਿਣਤੀ ਦਾ ਭਾਵ ਕਿ ਤਕਰੀਬਨ 6 ਲੱਖ ਦਾ ਇਕੱਠ, ਤਕਰੀਬਨ 6 ਲੱਖ ਦਾ ਇਕੱਠ ਹੋਏਗਾ। ਤੁਸੀਂ ਪਿੱਛੇ ਜਾ ਕੇ ਸਰਚ ਕਰ ਸਕਦੇ ਹੋ, ਵੱਖ-ਵੱਖ ਅਖਬਾਰਾਂ, ਵੱਖ-ਵੱਖ ਜਿਨ੍ਹਾਂ ਨੇ ਐਨਾਲਿਸਿਸ ਕੀਤਾ, ਜਿਨ੍ਹਾਂ ਨੇ ਹਿਸਾਬ ਕਿਤਾਬ ਲਾਇਆ ਵੀ ਕਿੰਨੀ ਕੁ ਗਿਣਤੀ ਹੋਏਗੀ, ਤੁਸੀਂ ਉਹ ਅੰਦਾਜ਼ਾ ਲਾ ਸਕਦੇ ਹੋ, ਤੁਸੀਂ ਉੱਥੇ ਜਾ ਕੇ ਪੜ੍ਹ ਸਕਦੇ ਹੋ। ਅੱਜ ਵੀ ਤਕਰੀਬਨ 6 ਲੱਖ ਦਾ ਇਕੱਠ ਸੀਗਾ ਜੀ। ਐਡੇ ਵੱਡੇ ਇਕੱਠ ਦੇ ਵਿੱਚ ਜਦੋਂ ਜਥੇਦਾਰ ਚੁਣੇ ਜਾਂਦੇ ਆ ਵੱਖ-ਵੱਖ, ਕਿਉਂਕਿ ਇੱਧਰ ਜਥੇਦਾਰ ਪਹਿਲਾਂ ਚੁਣੇ ਹੋਏ ਆ ਬਾਦਲਕਿਆਂ ਦੇ, ਹੁਣ ਕੌਮ ਇਹ ਮਹਿਸੂਸ ਕਰਦੀ ਸੀ ਵੀ ਇਹ ਜਿਹੜੇ ਜਥੇਦਾਰ ਹੈਗੇ ਬਾਦਲਾਂ ਦੇ ਜਥੇਦਾਰ ਆ, ਵੀ ਉਹਨਾਂ ਦੇ ਰਾਜ ਦੇ ਵਿੱਚ ਜਦੋਂ ਬੇਅਦਬੀਆਂ ਹੁੰਦੀਆਂ, ਉਹਨਾਂ ਦੇ ਰਾਜ ਦੇ ਵਿੱਚ ਜਦੋਂ ਸਿੱਖ ਕੌਮ ਦਾ ਘਾਣ ਹੁੰਦਾ, ਇਹ ਬੋਲਦੇ ਹੀ ਨਹੀਂ ਹੈਗੇ, ਚੁੱਪ ਰਹਿੰਦੇ ਆ ਇਹ। ਇਸ ਕਰਕੇ ਕੌਮ ਨੂੰ ਮਹਿਸੂਸ ਹੋਇਆ ਕਿ ਸਾਨੂੰ ਇਹਨਾਂ ਦੇ ਬਰਾਬਰ ਜਥੇਦਾਰ ਚੁਣਨੇ ਪੈਣਗੇ, ਜਿਹੜੇ ਕੌਮ ਦੇ ਜਥੇਦਾਰ ਹੋਣ, ਜਿਹੜੇ ਕਿਸੇ ਦੀ ਜੇਬੋਂ ਨਾ ਨਿਕਲੇ ਹੋਣ, ਜਿਨ੍ਹਾਂ ਨੂੰ ਸਰਬੱਤ ਖਾਲਸਾ ਨੇ ਚੁਣਿਆ ਹੋਵੇ ਔਰ ਸਿੱਖ ਸੰਗਤਾਂ ਨੇ ਪ੍ਰਵਾਨਗੀ ਦਿੱਤੀ ਹੋਵੇ, ਪੂਰੀ ਦੀ ਪੂਰੀ ਸਿੱਖ ਕੌਮ ਨੇ ਪ੍ਰਵਾਨਗੀ ਦਿੱਤੀ ਹੋਵੇ, ਜਿਨ੍ਹਾਂ ਨੂੰ 6 ਲੱਖ ਦੇ ਇਕੱਠ ਨੇ ਪ੍ਰਵਾਨਗੀ ਦਿੱਤੀ, ਉਹਨਾਂ ਨੂੰ ਜੈਕਾਰੇ ਲੱਗੇ ਉੱਥੇ। ਔਰ ਉਸ ਸਰਬੱਤ ਖਾਲਸਾ ਦੇ ਵਿੱਚ ਜਿਹੜੀਆਂ ਉਹ ਘੜੀਆਂ ਸੀਗੀਆਂ ਉਹ ਤੇ ਐਨ ਸਿਰਾ ਸੀਗਾ। ਬੇਨਤੀ ਕਰਾਂ, ਜਦੋਂ ਦਿੱਲੀ ਦੀ ਤਿਹਾੜ ਜੇਲ੍ਹ ਅੰਦਰ ਬੰਦ ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਸਰਬੱਤ ਖਾਲਸਾ ਨੇ ਜਥੇਦਾਰ ਚੁਣਿਆ ਸ਼੍ਰੀ ਅਕਾਲ ਤਖਤ ਸਾਹਿਬ ਦੇ, ਤਾਂ ਉਸ ਵੇਲੇ ਕਿੰਨਾ ਹੀ ਸਮਾਂ ਮੈਂ ਵੀ ਸੀਗਾ ਉੱਥੇ ਹਾਜ਼ਰ, ਔਰ ਸਾਰਿਆਂ ਦੇ ਚਿਹਰੇ ਲਾਲ, ਐਨ ਖੁਸ਼, ਸਾਰਿਆਂ ਦੇ ਚਿਹਰੇ ਦੇ ਉੱਪਰ ਖਾਸ ਕਿਸਮ ਦੀ ਰੌਣਕ ਸੀਗੀ ਵੀ ਸਿੱਖ ਕੌਮ ਦਾ ਇੱਕ ਬਹਾਦਰ ਸੂਰਬੀਰ ਯੋਧਾ, ਉਹਨੂੰ ਮਾਣ ਦਿੱਤਾ ਗਿਆ, ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵਜੋਂ ਉਹਨਾਂ ਨੂੰ ਚੁਣਿਆ ਗਿਆ। ਔਰ ਕਿੰਨਾ ਹੀ ਸਮਾਂ ਉੱਥੇ ਜੈਕਾਰੇ ਲੱਗਦੇ ਰਹੇ, ਪੂਰਾ ਆਕਾਸ਼ ਜਿਹੜਾ ਸੀਗਾ ਉਸ ਵੇਲੇ ਬੋਲੇ ਸੋ ਨਿਹਾਲ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ ਸੀਗਾ। ਜਥੇਦਾਰ ਜਗਤਾਰ ਸਿੰਘ ਹਵਾਰਾ ਜ਼ਿੰਦਾਬਾਦ, ਇੱਦਾਂ ਨਾਅਰੇ ਲੱਗਦੇ ਰਹੇ ਸੀਗੇ, ਪੂਰੀ ਦੁਨੀਆ ਤੱਕ ਨਾਅਰਿਆਂ ਦੀ ਆਵਾਜ਼ ਗਈ ਸੀਗੀ ਉਸ ਵੇਲੇ। ਔਰ ਸਮੇਂ ਦੀਆਂ ਹਕੂਮਤਾਂ ਨੂੰ ਵੀ ਪਤਾ ਲੱਗਿਆ ਸੀਗਾ ਕਿ ਸਰਬੱਤ ਖਾਲਸਾ ਹੋਇਆ, ਹੁਣ ਕੋਈ ਨਾ ਕੋਈ ਪ੍ਰੋਗਰਾਮ ਜ਼ਰੂਰ ਦਿੱਤਾ ਜਾਊਗਾ ਔਰ ਸਾਡੀਆਂ ਜੜ੍ਹਾਂ ਹੁਣ ਜ਼ਰੂਰ ਹਿੱਲਣਗੀਆਂ। ਮੈਂ ਬੇਨਤੀ ਕਰਾਂ, ਜਿੰਨੀ ਵੀ ਉਸ ਵੇਲੇ ਸੰਗਤ ਸੀਗੀ, ਜਦੋਂ ਲੋਕ ਵਾਪਸ ਆਪਣੇ ਘਰਾਂ ਨੂੰ ਜਾ ਰਹੇ ਸੀਗੇ ਨਾ, ਉਸ ਵੇਲੇ ਮੈਂ ਫਿਰ ਰਸਤੇ ਵਿੱਚ ਆਮ ਸਿੱਖ ਸੰਗਤਾਂ ਦੇ ਨਾਲ ਗੱਲਾਂ ਬਾਤਾਂ ਕਰਦਾ ਆਇਆ। ਮੈਂ ਪੁੱਛਦਾ ਆਇਆ ਵੀ ਕੀ ਲੱਗਦਾ ਤੁਹਾਨੂੰ? ਉਹਨਾਂ ਨੇ ਇਹ ਗੱਲ ਆਖੀ, ਕਹਿੰਦੇ ਵੀ ਸਾਨੂੰ ਕਾਫੀ ਜ਼ਿਆਦਾ ਉਮੀਦ ਵੱਜੀ ਹੈ, ਪਰ ਉਹਨਾਂ ਵਿੱਚੋਂ ਕੁਝ ਲੋਕਾਂ ਦਾ ਇਹ ਵੀ ਕਹਿਣਾ ਸੀਗਾ, ਕੁਝ ਗੁਰੂ ਪਿਆਰੇ ਸਿੱਖਾਂ ਦਾ ਇਹ ਵੀ ਕਹਿਣਾ ਸੀਗਾ, ਕਹਿੰਦੇ
ਇੰਨਾ ਜ਼ਿਆਦਾ ਉਤਸ਼ਾਹ ਸੀਗਾ ਨਾ, ਜੇ ਅੱਜ ਸਾਨੂੰ ਜਥੇਦਾਰ ਇੱਥੋਂ ਅੱਜ ਹੀ ਸਾਨੂੰ ਸਟੇਜ ਤੋਂ ਅਨਾਉਂਸ ਕੀਤਾ ਜਾਂਦਾ ਕਿ ਆਓ ਸ਼੍ਰੀ ਅਕਾਲ ਤਖਤ ਸਾਹਿਬ ਉੱਪਰ ਚਲੀਏ, ਔਰ ਉੱਥੇ ਜਿਹੜੇ ਕਾਬਜ਼ ਜਥੇਦਾਰ ਨੇ ਅਸੀਂ ਉਹਨਾਂ ਨੂੰ ਧੂ ਕੇ ਤੇ ਬਾਹਰ ਕੱਢੀਏ, ਔਰ ਜਿਹੜੇ ਜਥੇਦਾਰ ਨਵੇਂ ਚੁਣੇ ਗਏ ਆ ਉਹਨਾਂ ਨੂੰ ਉੱਥੇ ਬਹਾਈਏ, ਤਾਂ ਜ਼ਿਆਦਾ ਵਧੀਆ ਹੁੰਦਾ। ਮੈਂ ਕਿਹਾ ਚਲੋ ਇਹ ਤਾਂ ਹੋਇਆ ਨਹੀਂ। ਫਿਰ ਕਹਿੰਦੇ ਜੀ ਚਲੋ ਜੇ ਇਹ ਨਹੀਂ ਵੀ ਹੋਇਆ ਨਾ, ਤਦ ਵੀ ਕਹਿੰਦੇ ਸਾਨੂੰ ਬਹੁਤ ਹੀ ਜ਼ਿਆਦਾ ਉਮੀਦਾਂ ਨੇ ਕਿ ਬਹੁਤ ਹੀ ਜ਼ਿਆਦਾ ਕੁਝ ਚੰਗਾ ਹੋਏਗਾ। ਸਮਾਂ ਬੀਤਿਆ, ਕੁਛ ਚੰਗਾ ਹੋਇਆ, ਬਹੁਤ ਕੁਝ ਚੰਗਾ ਹੋਇਆ। ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਚੁਣੇ ਗਏ, ਜਥੇਦਾਰ ਜਗਤਾਰ ਸਿੰਘ ਹਵਾਰਾ, ਨਜ਼ਰਬੰਦ ਤਿਹਾੜ ਜੇਲ੍ਹ ਦਿੱਲੀ। ਸੰਦੇਸ਼ ਜਾਰੀ ਹੋਣ ਲੱਗ ਪਏ, ਉਹਨਾਂ ਵੱਲੋਂ ਸੰਦੇਸ਼ ਜਾਰੀ ਹੋਣ ਲੱਗ ਗਏ। ਅੱਗੇ ਕਾਰਜਕਾਰੀ ਜਥੇਦਾਰ ਚੁਣੇ ਗਏ ਸੀਗੇ ਜਿਹੜੇ ਭਾਈ ਧਿਆਨ ਸਿੰਘ ਮੰਡ, ਬਲਜੀਤ ਸਿੰਘ ਦਾਦੂਵਾਲ, ਔਰ ਜਿਹੜੇ ਦੂਜੇ ਜਥੇਦਾਰ ਸੀਗੇ ਭਾਈ ਅਮਰੀਕ ਸਿੰਘ ਅਜਨਾਲਾ। ਸੋ ਇਸ ਤਰੀਕੇ ਦੇ ਨਾਲ ਜਥੇਦਾਰ ਚੁਣੇ ਗਏ ਸੀਗੇ। ਪਰ ਉਸ ਤੋਂ ਬਾਅਦ ਤੁਸੀਂ ਵੇਖੋ ਕੀ ਵਾਪਰਿਆ। ਮੁਲਾਕਾਤਾਂ ਹੁੰਦੀਆਂ ਇਸ ਜੇਲ੍ਹ ਦੇ ਵਿੱਚ, ਮੁਲਾਕਾਤਾਂ ਦਾ ਸਿਲਸਿਲਾ ਸ਼ੁਰੂ ਹੋਇਆ। ਉਸ ਤੋਂ ਬਾਅਦ ਵਾਹਿਗੁਰੂ ਜਾਣੇ ਅੰਦਰ ਖਾਤੇ ਕੀ ਕੁਛ ਹੋਇਆ, ਬਹੁਤ ਹੀ ਜ਼ਿਆਦਾ ਲੰਮੀਆਂ ਚੌੜੀਆਂ ਗੱਲਾਂ ਬਾਤਾਂ ਨੇ। ਪਰ ਕੌਮ ਨੇ ਜੋ ਮਹਿਸੂਸ ਕੀਤਾ ਕੁਝ ਸਮੇਂ ਬਾਅਦ, ਜਦੋਂ ਬਰਗਾੜੀ ਦਾ ਮੋਰਚਾ ਲੱਗਦਾ ਹੈ, ਬਰਗਾੜੀ ਦੇ ਮੋਰਚੇ ਦੇ ਵਿੱਚ ਵੀ ਪੂਰਾ ਉਤਸ਼ਾਹ ਰਿਹਾ। ਦੋ ਵਾਰੀ ਜਥੇਦਾਰਾਂ ਨੇ ਵੱਡਾ ਸੱਦਾ ਦਿੱਤਾ ਪੂਰੀ ਦੀ ਪੂਰੀ ਸਿੱਖ ਕੌਮ ਨੂੰ, ਔਰ ਦੋਨੋਂ ਹੀ ਵਾਰੀ ਛੇਤੀ ਸੱਦਾ ਦਿੱਤਾ ਗਿਆ, ਔਰ ਛੇਤੀ ਦਿੱਤੇ ਹੋਏ ਸੱਦੇ ਦੇ ਉੱਪਰ ਵੀ ਪੂਰੀ ਦੀ ਪੂਰੀ ਸਿੱਖ ਕੌਮ ਵੱਡੀ ਗਿਣਤੀ ਵਿੱਚ ਉੱਥੇ ਪੁੱਜ ਕੇ ਸ਼ਮੂਲੀਅਤ ਕਰਦੀ ਰਹੀ ਹੈ, ਔਰ ਇਸ ਗੱਲ ਨੂੰ ਪ੍ਰਵਾਨਗੀ ਦਿੰਦੀ ਰਹੀ ਹੈ ਕਿ ਜਥੇਦਾਰੋ ਅਸੀਂ ਤੁਹਾਡੇ ਕਹੇ ਤੇ ਫੁੱਲ ਚੜਾਉਣੇ ਆ, ਅਸੀਂ ਤੁਹਾਡੇ ਕਹੇ ਤੇ ਫੁੱਲ ਚੜਾਉਣ ਨੂੰ ਤਿਆਰ ਹਾਂ ਕਿ ਸਿਰਫ ਕਿ ਨਹੀਂ ਪ੍ਰੈਕਟੀਕਲ ਉੱਥੇ ਜਾ ਕੇ ਕਰਕੇ ਵਿਖਾਇਆ। ਪਰ ਜਦੋਂ ਬਰਗਾੜੀ ਵਾਲਾ ਮੋਰਚਾ, ਉਸ ਵੇਲੇ ਕਾਂਗਰਸ ਦੀ ਸਰਕਾਰ ਸੀਗੀ, ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀਗੀ, ਸੋ ਉਹਨਾਂ ਦੇ ਮੰਤਰੀ ਸੰਤਰੀ ਸੀਗੇ, ਉਹਨਾਂ ਨਾਲ ਮੀਟਿੰਗਾਂ ਹੁੰਦੀਆਂ ਸੀਗੀਆਂ, ਇਨਸਾਫ ਦਿੱਤਾ ਜਾਊਗਾ ਜੀ, ਆਹ ਹੋ ਜਾਊਗਾ ਉਹ ਹੋ ਜਾਊਗਾ। ਪਰ ਉਸ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਉਸ ਮੋਰਚੇ ਦੀ ਸਮਾਪਤੀ ਹੋਈ ਹੈ, ਸਿੱਖ ਕੌਮ ਨੂੰ ਉਹ ਸਮਾਪਤੀ ਕਰਨ ਵਾਲਾ ਢੰਗ ਤਰੀਕਾ ਚੰਗਾ ਨਹੀਂ ਲੱਗਾ। ਉਸ ਤੋਂ ਬਾਅਦ ਸਿੱਖ ਕੌਮ ਦਾ ਮਨ ਖੱਟਾ ਹੋਣਾ ਸ਼ੁਰੂ ਹੋ ਗਿਆ ਕਿ ਨਾ, ਇਹ ਜਿਹੜੇ ਜਥੇਦਾਰ ਨੇ ਇਹਨਾਂ ਨੇ ਵੀ ਕੱਖ ਨਹੀਂ ਕਰਨਾ ਹੈਗਾ। ਸੋ ਲੈ ਦੇ ਕੇ ਉਸ ਤੋਂ ਬਾਅਦ ਜੋ ਹਾਲਾਤ ਅੱਜ ਤੱਕ ਬਣੇ ਹੋਏ ਨੇ ਉਹ ਇਹ ਨੇ ਕਿ ਜਥੇਦਾਰ ਦੇ ਵਜੋਂ, ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਵਜੋਂ ਸਿੱਖ ਕੌਮ ਇਹ ਸਮਝਦੀ ਹੈ ਕਿ ਸਾਨੂੰ ਭਾਈ ਜਗਤਾਰ ਸਿੰਘ ਹਵਾਰਾ, ਨਜ਼ਰਬੰਦ ਤਿਹਾੜ ਜੇਲ੍ਹ ਦਿੱਲੀ, ਉਹ ਪ੍ਰਵਾਨ ਨੇ। ਉਹਨਾਂ ਦੇ ਸੁਨੇਹੇ ਅੱਜ ਵੀ ਆਉਂਦੇ ਨੇ। ਪਰ ਜਿਸ ਲੈਵਲ ਦੇ ਉੱਪਰ ਉਹ ਸ਼ੁਰੂਆਤ ਦਾ ਦੌਰ ਸੀਗਾ ਨਾ, ਉਹ ਇੱਥੇ ਸੀਗਾ, ਅੱਜ ਉਹ ਕਾਫੀ ਜ਼ਿਆਦਾ ਥੱਲੇ ਆ ਕੇ ਤੇ ਇੱਥੇ ਆ ਚੁੱਕਾ ਹੈਗਾ। ਮੈਂ ਬੇਨਤੀ ਕਰਾਂ, ਅੱਜ ਫਿਰ ਕੌਮ ਦੇ ਵਿੱਚ ਇੱਕ ਨਿਰਾਸ਼ਤਾ ਹੈ। ਅੱਜ 6 ਵਰਿਆਂ ਦੇ ਵਿੱਚ ਆਹ ਕੁਝ ਖੱਟਿਆ ਤੇ ਆਹ ਕੁਝ ਅਸੀਂ ਗਵਾਇਆ। ਇੱਕ ਆਸ ਦੀ ਕਿਰਨ, ਕਿੰਨਾ ਜ਼ਿਆਦਾ ਉਤਸ਼ਾਹ ਸੀਗਾ, ਇੱਕ ਉਹ ਸੀਗਾ। ਹੁਣ ਕਿਹਨੂੰ ਜ਼ਿੰਮੇਵਾਰ ਠਹਿਰਾਈਏ ਤੇ ਕਿਹਨੂੰ ਜ਼ਿੰਮੇਵਾਰ ਨਾ ਠਹਿਰਾਈਏ? ਕੀ ਹੁਣ ਇੱਥੇ ਇਹ ਗੱਲ ਕਹਿ ਕੇ ਸਾਰ ਲਈਏ ਆਪਾਂ ਕਿ ਸਮੇਂ ਦੀਆਂ ਹਕੂਮਤਾਂ ਨੇ ਵੱਖ-ਵੱਖ ਢੰਗ ਤਰੀਕਿਆਂ ਦੇ ਨਾਲ ਤੁਹਾਨੂੰ ਉੱਭਰਨ ਨਹੀਂ ਦਿੱਤਾ, ਤੁਹਾਨੂੰ ਨਹੀਂ ਉੱਭਰਨ ਦਿੱਤਾ, ਉਹਨਾਂ ਨੇ ਤੁਹਾਡੇ 'ਚ ਰੋਕਾਂ ਲਾਈਆਂ, ਉਹਨਾਂ ਨੇ ਤੁਹਾਨੂੰ ਕੰਮ ਕਰਨ ਨਹੀਂ ਦਿੱਤਾ। ਕੀ ਆਹ ਕਹਿ ਕੇ ਹੁਣ ਸਾਰ ਲਈਏ? ਬਰਗਾੜੀ ਦਾ ਮੋਰਚਾ ਚੁੱਕਣ ਵਾਸਤੇ ਉਹਨਾਂ ਨੇ ਕੋਈ ਲਾਠੀ ਚਾਰਜ ਨਹੀਂ ਸੀ ਕੀਤਾ ਉਦੋਂ, ਉਹਨਾਂ ਨੇ ਕੋਈ ਉੱਥੇ ਫਾਇਰਿੰਗ ਨਹੀਂ ਸੀ ਹੋਈ ਜਦੋਂ ਬਰਗਾੜੀ ਦਾ ਮੋਰਚਾ ਚੁੱਕਿਆ ਗਿਆ। ਹੁਣ ਇਹਨਾਂ ਦੇ ਕਹਿਣ ਮੁਤਾਬਕ ਹੀ ਆ, ਕਹਿੰਦੇ ਜੀ ਸਾਨੂੰ ਉਹਨਾਂ ਨੇ ਭਰੋਸਾ ਦਿਵਾਇਆ ਕਿ ਅਸੀਂ ਤੁਹਾਨੂੰ ਭਰੋਸਾ ਦਿਵਾਉਂਦੇ ਆ, ਅਸੀਂ ਉਹਨਾਂ 'ਤੇ ਵਿਸ਼ਵਾਸ ਕਰ ਲਿਆ, ਤਾਂ ਕਰਕੇ ਅਸੀਂ ਮੋਰਚਾ ਚੁੱਕ ਲਿਆ। ਉਸ ਤੋਂ ਬਾਅਦ ਭਾਈ ਧਿਆਨ ਸਿੰਘ ਮੰਡ, ਉਹਨਾਂ ਦੇ ਉੱਪਰ ਕੌਮ ਨੇ ਵੱਡੀਆਂ ਉਂਗਲਾਂ ਚੁੱਕੀਆਂ। ਜਥੇਦਾਰ ਬਲਜੀਤ ਸਿੰਘ ਦਾਦੂਵਾਲ, ਜਥੇਦਾਰ ਲਫ਼ਜ਼ ਮੈਂ ਤਾਂ ਵਰਤਿਆ, ਉਦੋਂ ਜਥੇਦਾਰ ਹੀ ਸੀਗੇ। ਉਸ ਤੋਂ ਬਾਅਦ ਭਾਵੇਂ ਉਹ ਲਾਂਭੇ ਹੋ ਗਏ, ਹੁਣ ਉਹ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣਾਤੇ ਗਏ ਨੇ। ਭਾਈ ਅਮਰੀਕ ਸਿੰਘ ਅਜਨਾਲਾ, ਉਹ ਪਹਿਲੇ ਲਾਂਭੇ ਹੋ ਗਏ ਸੀਗੇ, ਲੈ ਦੇ ਕੇ ਹੁਣ ਰਹਿ ਗਏ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ। ਉਹ ਵੀ ਹੁਣ ਹਾਲਾਤ ਇੱਦਾਂ ਦੇ ਆ ਵੀ ਕੌਮ, ਪੂਰੀ ਦੀ ਪੂਰੀ ਸਿੱਖ ਕੌਮ, ਉਹ ਉਹਨਾਂ ਨੂੰ ਕਾਰਜਕਾਰੀ ਜਥੇਦਾਰ ਜਿਸ ਤਰੀਕੇ ਦੇ ਨਾਲ ਉਸ ਵੇਲੇ ਉਹਨਾਂ ਨੇ ਸਿਰ ਦੇ ਉੱਪਰ ਬਹਾਇਆ ਸੀਗਾ, ਕੌਮ ਨੇ ਉਹਨਾਂ ਨੂੰ ਮਾਣ ਦਿੱਤਾ ਸੀਗਾ, ਹੁਣ ਉਹਨਾਂ ਜ਼ਿਆਦਾ ਕੌਮ ਦੇ ਵਿੱਚ ਉਹਨਾਂ ਦੇ ਪ੍ਰਤੀ ਹੈ ਨਹੀਂ, ਕੁਝ ਵੀ ਨਹੀਂ ਹੈਗਾ ਜੋ ਉਸ ਵੇਲੇ ਸੀਗਾ। ਉਹ ਸਾਰਾ ਕੁਝ, ਉਹ ਜਿਹੜਾ ਗ੍ਰਾਫ ਸੀ ਉਹ ਇੱਥੇ ਸੀਗਾ, ਉਹ ਇੱਥੋਂ ਡਿੱਗ ਕੇ ਇੱਥੇ ਆ ਗਿਆ, ਉਹ ਬਹੁਤ ਜ਼ਿਆਦਾ ਥੱਲੇ ਆ ਗਿਆ ਹੈਗਾ। ਇਹਦੇ ਲਈ ਕੌਣ ਜ਼ਿੰਮੇਵਾਰ ਆ? ਕਿਹਨੂੰ ਜ਼ਿੰਮੇਵਾਰ ਠਹਿਰਾਇਆ ਜਾਵੇ? ਸੋ ਕੌਮ ਇਹ ਮਹਿਸੂਸ ਕਰਦੀ ਹੈ ਵੀ ਤੁਸੀਂ ਉਹਨਾਂ ਦੀਆਂ ਗੱਲਾਂ ਵਿੱਚ ਆ ਗਏ, ਸਾਰਾ ਕੁਝ ਕਰਕੇ ਜਿੱਦਾਂ ਮਰਜ਼ੀ ਲਾ ਲਓ। ਇੱਥੋਂ ਤੱਕ ਵੀ ਆਖਿਆ ਗਿਆ ਕਿ ਤੁਸੀਂ ਉਹ ਬਰਗਾੜੀ ਵਾਲਾ ਜਿਹੜਾ ਮੋਰਚਾ ਸੀਗਾ ਉਹ ਸੌਦਾ ਕਰਕੇ ਤੇ ਤੁਸੀਂ ਉਹ ਵੇਚ ਦਿੱਤਾ ਲਫ਼ਜ਼ ਵੀ ਵਰਤਿਆ ਗਿਆ। ਬਾਦਲ ਕਿਆਂ ਦੇ ਜਥੇਦਾਰਾਂ ਦੇ ਉੱਪਰ ਦੋਸ਼ ਲੱਗਦੇ ਸੀ, ਤੁਸੀਂ ਉਹਨਾਂ ਦੇ ਝੋਲੀ ਚੁੱਕੋ ਬਾਦਲ ਕਿਆਂ ਦੇ, ਇੱਥੇ ਵੀ ਦੋਸ਼ ਲੱਗ ਗਏ। ਮੈਂ 6 ਵਰਿਆਂ ਦੀ ਗੱਲ ਕਰ ਰਿਹਾ, 6 ਵਰਿਆਂ ਦੇ ਵਿੱਚ ਕੌਮ ਦੇ ਜਥੇਦਾਰ ਸਰਬੱਤ ਖਾਲਸਾ ਵਿੱਚ ਜਿਹੜੇ ਚੁਣੇ ਗਏ ਸੀਗੇ, ਇਹਨਾਂ ਦੇ ਉੱਪਰ ਵੀ ਕੌਮ ਦੇ ਵੱਲੋਂ ਹੀ ਦੋਸ਼ ਲੱਗ ਗਿਆ ਕਿ ਤੁਸੀਂ ਉਹ ਜਿਹੜਾ ਸੀ ਮੋਰਚਾ ਵੇਚ ਦਿੱਤਾ। ਉਸ ਤੋਂ ਬਾਅਦ ਪਿੱਛੇ ਜਿਹਾ ਭਾਈ ਧਿਆਨ ਸਿੰਘ ਮੰਡ ਹੋਰਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਗਲਤੀ ਮੰਨੀ ਹੈ। ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦਾ ਕਹਿਣਾ ਹੈਗਾ ਕਿ ਅਸੀਂ ਸਮੇਂ ਦੀ ਉਸ ਵੇਲੇ ਦੀ ਹਕੂਮਤ ਦੇ ਕਹਿਣ ਤੇ ਅਸੀਂ ਉਹਨਾਂ ਦੇ ਭਰੋਸੇ ਵਿੱਚ ਆ ਗਏ, ਅਸੀਂ ਉਹਨਾਂ ਨੇ ਭਰੋਸਾ ਦਿਵਾਇਆ, ਅਸੀਂ ਉਹਨਾਂ ਦੀਆਂ ਗੱਲਾਂ ਵਿੱਚ ਆ ਗਏ, ਅਸੀਂ ਉਹਨਾਂ ਦੀਆਂ ਗੱਲਾਂ ਦੇ ਵਿੱਚ ਆ ਕੇ ਆਪਣਾ ਇਹ ਮੋਰਚਾ ਚੁੱਕ ਬੈਠੇ ਸੀਗੇ, ਸਾਡੇ ਕੋਲੋਂ ਗਲਤੀ ਹੋ ਗਈ ਹੈ। ਉਹਨਾਂ ਨੇ ਇਹ ਗੱਲ ਖੁਦ ਮੰਨੀ ਹੈ, ਇਹ ਗੱਲ ਉਹਨਾਂ ਨੇ ਖੁਦ ਕਹੀ ਹੈ। ਸੋ ਲੈ ਦੇ ਕੇ ਇਹ ਗੱਲ ਕਹੀ ਜਾ ਸਕਦੀ ਹੈ ਵੀ ਕਿੰਨਾ ਸਮਾਂ ਹੋ ਗਿਆ, ਮੁੱਦਤਾਂ ਹੋ ਗਈਆਂ ਸਮੇਂ ਦੀਆਂ ਹਕੂਮਤਾਂ ਨੂੰ
ਵੇਖਦਿਆਂ ਨੂੰ, ਸਮੇਂ ਦੀਆਂ ਹਕੂਮਤਾਂ ਨੂੰ ਪਰਖਦਿਆਂ ਨੂੰ ਕੀ ਹੱਲੇ ਵੀ ਪਰਖ ਨਹੀਂ ਆਈ ਵੀ ਤੁਸੀਂ ਉਹਨਾਂ ਦੇ ਉੱਪਰ ਕਿੰਨਾ ਕੁ ਭਰੋਸਾ ਕਰ ਸਕਦੇ ਹੋ। ਇੰਨਾ ਸਮਾਂ ਹੋ ਗਿਆ, 74-75 ਵਰ੍ਹੇ ਹੋ ਗਏ ਇਸ ਮੁਲਕ ਨੂੰ ਆਜ਼ਾਦ ਹੋਇਆ ਨੂੰ, ਅੱਜ ਤੱਕ ਕਦੀ ਇਨਸਾਫ ਦਿੱਤਾ? ਅੱਜ ਤੱਕ ਕਿਹੜਾ ਉਹਨਾਂ ਨੇ ਵਾਅਦਾ ਤੁਹਾਡੇ ਨਾਲ ਚਲੋ ਕਰ ਲਿਆ ਵੀ ਉਸ ਤੋਂ ਬਾਅਦ ਕਰ ਲਿਆ ਵਾਅਦਾ ਜੀ ਅਸੀਂ ਇਹਨੂੰ ਪੂਰਾ ਕਰ ਦਿਆਂਗੇ, ਪਰਸੋਂ ਨੂੰ ਕਰ ਦਿਆਂਗੇ ਪੂਰਾ, 3 ਮਹੀਨੇ ਨੂੰ ਪੂਰਾ ਕਰ ਦੇਵਾਂਗੇ? ਉਹਨਾਂ ਨੇ ਕੋਈ ਵਾਅਦਾ ਪੂਰਾ ਕੀਤਾ? ਉਹਨਾਂ ਨੇ ਫਿਰ ਵੀ ਭਰੋਸਾ ਤੁਸੀਂ ਕਰਕੇ ਬਹਿ ਗਏ। ਔਰ ਕੌਮ ਇਹ ਗੱਲ ਕਹਿੰਦੀ ਹੈ ਕਿ ਤੁਸੀਂ ਮੋਰਚਾ ਵੇਚ ਦਿੱਤਾ ਸੀਗਾ। ਇੱਦਾਂ ਦੇ ਹਾਲਾਤ ਬਣ ਗਏ ਨੇ। ਸੋ ਆਹ ਸਾਰਾ ਕੁਝ ਸਾਡੇ ਸਾਹਮਣੇ ਹੈ। ਉਸ ਤੋਂ ਬਾਅਦ ਭਾਈ ਬਲਜੀਤ ਸਿੰਘ ਦਾਦੂਵਾਲ ਉਹ ਲਾਂਭੇ ਹੋ ਗਏ ਕਿਉਂਕਿ ਉਹ ਜਜ਼ਬਾ ਹੀ ਨਹੀਂ ਰਿਹਾ ਕੌਮ ਦੇ ਵਿੱਚ, ਉਹ ਸਾਥ ਦੇਣ ਦਾ ਰਿਹਾ ਹੀ ਨਹੀਂ ਪਈ ਸੀ। ਤੁਹਾਨੂੰ ਸਾਥ ਦਿਆਂਗੇ, ਸਾਰਿਆਂ ਦੇ ਉੱਪਰ ਦੋਸ਼ ਲੱਗ ਗਏ। ਕੇਵਲ ਜੇ ਕਿਸੇ ਦੇ ਉੱਪਰ ਦੋਸ਼ ਨਹੀਂ ਲੱਗੇ ਤਾਂ ਉਹ ਭਾਈ ਅਮਰੀਕ ਸਿੰਘ ਅਜਨਾਲਾ, ਕਿਉਂਕਿ ਪਹਿਲਾਂ ਹੀ ਤਕਰੀਬਨ ਲਾਂਭੇ ਹੀ ਸੀਗੇ ਉਹਨਾਂ ਦੇ ਉੱਪਰ ਇਸ ਕਿਸਮ ਦੇ ਦੋਸ਼ ਨਹੀਂ ਲੱਗੇ ਵੀ ਇਹ ਵਿਕ ਗਏ ਜਾਂ ਇਹਨਾਂ ਨੇ ਮੋਰਚਾ ਵੇਚ ਦਿੱਤਾ ਜਾਂ ਵਗੈਰਾ ਵਗੈਰਾ ਕੁਛ ਵੀ ਲਾ ਲਓ। ਬਾਕੀ ਮੈਂ ਕੋਈ ਇਹ ਨਹੀਂ ਹੈਗਾ ਕਿ ਮੈਂ ਉਹਨਾਂ ਦਾ ਕੋਈ ਜ਼ਿਆਦਾ ਸ਼ੁਭ ਚਿੰਤਕ ਹਾਂ, ਮੈਂ ਤਾਂ ਇਹਦਾ ਕਹਿਣਾ ਤੇ ਇਹਨਾਂ ਦਾ ਮੈਂ ਕੋਈ ਦੁਖੀ ਹਾਂ। ਮੈਂ ਤਾਂ ਇੱਕ ਐਨਾਲਿਸਿਸ, ਇੱਕ ਪੱਤਰਕਾਰ ਹੋਣ ਦੇ ਨਾਤੇ ਕਰਨ ਦੀ ਕੋਸ਼ਿਸ਼ ਕਰ ਰਿਹਾ, ਸਿਰਫ ਇੱਕ ਸਿੱਖ ਪੱਤਰਕਾਰ ਹੋਣ ਦੇ ਨਾਤੇ ਵੀ ਇੱਦਾਂ ਕਿ ਜਿਹਦੇ ਹਾਲਾਤ ਬਣੇ। ਬਾਕੀ ਇਹ ਆ ਵੀ ਜਿਹੜਾ ਬੰਦਾ ਪਹਿਲਾਂ ਹੀ ਲਾਂਭੇ ਹੋ ਗਿਆ, ਭਾਵੇਂ ਭਾਈ ਅਮਰੀਕ ਸਿੰਘ ਅਜਨਾਲਾ ਹੋਣ, ਜਿਹੜਾ ਬੰਦਾ ਲੰਬਾ ਸਮਾਂ ਚੱਲੂਗਾ, ਜੇ ਦੋਸ਼ ਵੀ ਲੱਗਣੇ ਤਾਂ ਉੱਤੇ ਹੀ ਲੱਗਣੇ ਆ। ਜਿਹੜਾ ਲੰਬਾ ਸਮਾਂ ਚੱਲੂਗਾ, ਜਿਹੜਾ ਲਾਂਭੇ ਹੀ ਹੋ ਗਿਆ, ਪਹਿਲੇ ਲਾਂਭੇ ਹੋ ਗਿਆ, ਉਹਦੇ ਤੇ ਦੋਸ਼ ਵੀ ਕਾਹਦੇ ਲੱਗਣੇ ਸੀਗੇ? ਆਪਾਂ ਚਲੋ ਇਸ ਗੱਲ ਨੂੰ ਐਂ ਕਹਿ ਲੈਂਦੇ ਆ ਵੀ ਕੋਈ ਇਹ ਨਾ ਕਹੇ ਵੀ ਇਹ ਖਰੇ ਉਹਨਾਂ ਦਾ ਜ਼ਿਆਦਾ ਹਮੈਤੀ ਆ ਪੱਤਰਕਾਰ। ਇਹ ਮੈਂ ਕਿਸੇ ਦਾ ਕੋਈ ਹਮੈਤੀ ਨਹੀਂ ਹੈਗਾ, ਮੈਂ ਤਾਂ ਕੌਮ ਦਾ ਹਮੈਤੀ ਹਾਂ, ਐਂ ਕਹਿ ਸਕਦੇ ਆਪਾਂ। ਅਸੀਂ ਤਾਂ ਇਹ ਚਾਹੁੰਦੇ ਸੀ ਵੀ ਕਿ ਇਨਸਾਫ ਮਿਲਦਾ, ਅਸੀਂ ਤਾਂ ਇਹ ਚਾਹੁੰਦੇ ਸੀਗੇ ਕਿ ਕੌਮ ਨੂੰ ਕੋਈ ਇੱਦਾਂ ਦੇ ਪ੍ਰੋਗਰਾਮ ਦਿੱਤੇ ਜਾਂਦੇ। ਕੌਮ ਤਿਆਰ ਹੈ, ਕੌਮ ਅੱਜ ਵੀ ਤਿਆਰ ਹੈ। ਤੁਸੀਂ ਵੇਖਿਆ ਆ 26 ਜਨਵਰੀ ਨੂੰ ਆ ਸਿੱਖ ਨੌਜਵਾਨ ਤੇ ਦਿੱਲੀ ਦੇ ਲਾਲ ਕਿਲ੍ਹੇ ਦੇ ਉੱਪਰ ਖਾਲਸੇ ਨਿਸ਼ਾਨ ਚਲਾਉਂਦੇ ਆ। ਤੁਸੀਂ ਆਪਾਂ ਸਾਰਿਆਂ ਨੇ ਵੇਖਿਆ ਪਿੱਛੇ ਜਿਹੜੀ 26 ਜਨਵਰੀ ਲੰਘ ਕੇ ਗਈ ਆ। ਕੌਮ ਦੇ ਵਿੱਚ ਉਤਸ਼ਾਹ ਪੱਖੋਂ ਕਿਸੇ ਵੀ ਕਿਸਮ ਦੀ ਕੋਈ ਘਾਟ ਨਹੀਂ ਹੈਗੀ। ਨੌਜਵਾਨਾਂ ਨੂੰ ਪ੍ਰੋਗਰਾਮ ਤੁਸੀਂ ਦੇ ਕੇ ਤਾਂ ਵੇਖੋ। ਕੌਮ ਨੂੰ ਤਾਂ ਉਸ ਵੇਲੇ ਇਉਂ ਲੱਗਣ ਲੱਗ ਪਿਆ ਸੀਗਾ ਵੀ ਸ਼ਾਇਦ ਆਪਾਂ ਖਾਲਸਾ ਰਾਜ ਦੀ ਜਿਹੜੇ ਗੱਲ ਕਰਦੇ ਆ ਨਾ, ਵੀ ਸ਼ਾਇਦ ਇੰਨੇ ਵਧੀਆ ਪ੍ਰੋਗਰਾਮ ਦਿੱਤੇ ਜਾਣਗੇ। ਭਾਈ ਜਗਤਾਰ ਸਿੰਘ ਹਵਾਰਾ ਜੀ ਦੀ ਰਹਿਨਮਾਈ ਦੇ ਹੇਠ ਜਿਹੜੇ ਕਾਰਜਕਾਰੀ ਜਥੇਦਾਰ ਬਾਹਰ ਹੈਗੇ ਨੇ, ਜਿਹੜੀ ਟੀਮ ਬਣੂਗੀ ਸਾਰੀ, ਭਈ ਸਾਡੀਆਂ ਜਿਹੜੀਆਂ ਇੱਛਾਵਾਂ ਨੇ, ਜਿਹੜੀਆਂ ਸਾਡੀਆਂ ਸੱਧਰਾਂ ਨੇ, ਜਿਹੜੀ ਸਾਡੀ ਸਿਰੇ ਵਾਲੀ ਇੱਛਾ ਹੈਗੀ ਆ ਮੰਜ਼ਿਲ, ਅਸੀਂ ਉਹਦੇ ਤੇ ਸ਼ਾਇਦ ਬਹੁਤ ਹੀ ਜਲਦੀ ਹੁਣ ਪਹੁੰਚ ਜਾਣਾ ਹੈਗਾ। ਪਰ ਇਹ ਸਾਰਾ ਕੁਝ ਨਹੀਂ ਹੋਇਆ। ਮੈਂ ਬੇਨਤੀ ਕਰਾਂ, ਸਿੱਖ ਸੰਗਤਾਂ ਦੀਆਂ ਉਮੀਦਾਂ ਦੇ ਉੱਪਰ ਪਾਣੀ ਫਿਰਿਆ। ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ, ਨਹੀਂ ਕੀਤਾ ਜਾ ਸਕਦਾ, ਨਹੀਂ ਕੀਤਾ ਜਾ ਸਕਦਾ। ਜਥੇਦਾਰ ਸੀਗੇ ਜਿਹੜੇ ਬਲਜੀਤ ਸਿੰਘ ਦਾਦੂਵਾਲ, ਉਸ ਤੋਂ ਬਾਅਦ ਉਹ ਹੁਣ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹੋ ਗਏ। ਵੱਖ-ਵੱਖ ਪ੍ਰਬੰਧਕ ਕਮੇਟੀਆਂ ਦੇ ਪ੍ਰਧਾਨ ਕਿਹਨਾਂ ਨੂੰ ਬਣਾਇਆ ਜਾਂਦਾ ਹੈਗਾ ਔਰ ਕੌਣ ਬਣਾਉਂਦਾ ਹੈਗਾ ਆ, ਅਸੀਂ ਭਲੀ ਭਾਂਤ ਜਾਣਦੇ ਹਾਂ। ਇੱਕ ਸਰਬੱਤ ਖਾਲਸਾ ਵਿੱਚ ਚੁਣੇ ਜਾਂਦੇ ਆ, ਉਹ ਕੌਮ ਚੁਣਦੀ ਆ, ਸੰਗਤ ਚੁਣਦੀ ਆ, ਠੀਕ ਆ ਜੀ। ਇੱਕ ਸਰਬੱਤ ਖਾਲਸਾ ਤੋਂ ਬਿਨਾਂ ਸਰਕਾਰਾਂ ਕੌਣ ਚੁਣਦਾ ਹੈਗਾ? ਚਲੋ ਮੈਂ ਸਰਕਾਰਾਂ ਲਫ਼ਜ਼ ਨਾ ਵੀ ਬੋਲਾਂ, ਕੌਣ ਚੁਣਦਾ ਉਹਨਾਂ ਨੂੰ? ਕੌਣ ਉਹਨਾਂ ਨੂੰ ਬਣਾਉਂਦਾ ਹੈਗਾ? ਆਪਾਂ ਅੰਦਾਜ਼ਾ ਜਿਹਾ ਲਾ ਸਕਦੇ ਹਾਂ। ਭਾਵੇਂ ਕਿ ਉਹ ਇਹ ਗੱਲ ਕਹਿੰਦੇ ਆ, ਮੈਂ ਉਹਨਾਂ ਨੂੰ ਇੰਟਰਵਿਊ ਵੀ ਕੀਤੀ 2-4 ਵਾਰੀ, ਦਾਦੂਵਾਲ ਜੀ ਇਹ ਗੱਲ ਕਹਿੰਦੇ ਕਿ ਸਿੱਖ ਸੰਗਤਾਂ ਨੇ ਕਹਿੰਦੇ ਮੈਨੂੰ ਯੋਗ ਸਮਝਿਆ ਇਹਦੇ ਲਈ, ਤੇ ਸਿੱਖ ਸੰਗਤਾਂ ਨੇ ਮੈਨੂੰ ਇਹ ਸਾਰਾ ਕੁਝ ਸੌਂਪਿਆ ਵੀ ਤੁਸੀਂ ਇਹ ਪ੍ਰਧਾਨਗੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਲੈ ਲਓ। ਖੈਰ ਚਲੋ ਇਹ ਉਹਨਾਂ ਦੇ ਅਲਫਾਜ਼ ਨੇ, ਪਰ ਮੁੱਖ ਦੀ ਗੱਲ ਤਾਂ ਇਹ ਆ ਕਿ 6 ਵਰ੍ਹਿਆਂ ਤੋਂ ਬਾਅਦ ਅੱਜ ਸਰਬੱਤ ਖਾਲਸਾ ਵਾਲਾ ਜਿਹੜਾ ਉਹ ਜਾਹੋ ਜਲਾਲ ਸੀਗਾ, ਅੱਜ ਤੋਂ 6 ਵਰ੍ਹੇ ਪਹਿਲਾਂ ਜਿੱਦਣ ਚੱਬੇ ਦੀ ਧਰਤੀ ਤੇ ਸਰਬੱਤ ਖਾਲਸਾ ਹੋਇਆ, ਉਹ ਵਾਲਾ ਜਾਹੋ ਜਲਾਲ ਅੱਜ ਹੈ ਨਹੀਂ। ਉਹ ਇੱਥੇ ਆ ਚੁੱਕਾ ਹੈਗਾ। ਪਰ ਜਿਹੜੀ ਤਰਾਸਦੀ ਹੈ, ਜਿਹੜੀ ਨਿਰਾਸ਼ਤਾ ਵਾਲੀ ਗੱਲ ਹੈ, ਉਹ ਇਹ ਹੈ ਕਿ ਸਰਬੱਤ ਖਾਲਸਾ ਜਿਨ੍ਹਾਂ ਪ੍ਰਬੰਧਕਾਂ ਨੇ ਉਲੀਕਿਆ ਸੀਗਾ ਉਹਨਾਂ ਨੇ, ਪਲੱਸ ਜਿਹੜੇ ਜਥੇਦਾਰ ਚੁਣੇ ਗਏ ਸੀਗੇ। ਹੁਣ ਭਾਈ ਹਵਾਰਾ ਜੀ ਤੇ ਚਲੋ ਜੇਲ੍ਹ ਵਿੱਚ ਬੰਦ ਨੇ, ਜਥੇਦਾਰ ਹਵਾਰਾ ਜੀ ਜੇਲ੍ਹ ਵਿੱਚ ਬੰਦ ਨੇ, ਜਿਹੜੇ ਬਾਹਰ ਹੈਗੇ ਆ। ਉਸ ਤੋਂ ਬਾਅਦ ਮੈਂ ਕੋਈ ਇੱਦਾਂ ਦੀ ਖਬਰ ਨਹੀਂ ਸੁਣੀ ਵੀ ਅੱਜ ਕੁਝ ਸਮਾਂ ਪਹਿਲਾਂ ਤੱਕ ਵੀ ਵੀ ਉਹਨਾਂ ਨੇ ਸਿਰ ਜੋੜ ਕੇ ਬੈਠਣ ਦੀ ਕਿਤੇ ਕੋਈ ਗੱਲ ਕੀਤੀ ਹੋਵੇ ਵੀ ਆਓ ਸਿਰ ਜੋੜ ਕੇ ਬੈਠੀਏ, ਵੀ ਜਿਹੜੇ ਕੰਮ 6 ਵਰ੍ਹਿਆਂ ਦੇ ਵਿੱਚ ਨਹੀਂ ਹੋ ਸਕੇ, ਆਓ ਹੁਣ ਆਪਾਂ ਅੱਜ ਦੁਬਾਰਾ ਕਰਨ ਦੀ ਕੋਸ਼ਿਸ਼ ਕਰਕੇ ਵੇਖ ਲੈਂਦੇ ਹਾਂ। ਹੁਣ 6 ਵਰ੍ਹੇ ਬੀਤੇ ਅੱਜ, ਤਾਂ ਕਿਸੇ ਨੇ ਕੋਸ਼ਿਸ਼ ਕੀਤੀ ਵੀ ਚਲੋ ਆਪਾਂ ਵਰ੍ਹੇ ਗੰਢ ਐਂ ਕਹਿ ਲਓ, ਚਲੋ ਵੀ ਬਹਾਨੇ ਨਾਲ ਚਲੋ ਆਪਾਂ ਇਕੱਠੇ ਹੋ ਕੇ ਬੈਠੀਏ ਤੇ ਐਨਾਲਿਸਿਸ ਕਰਕੇ ਵੇਖੀਏ ਕਿ ਆਪਾਂ ਇਹਨਾਂ ਸਮੇਂ 'ਚ ਕੀ ਖੱਟਿਆ। ਉਸ ਤੋਂ ਬਾਅਦ ਫਿਰ ਕੋਸ਼ਿਸ਼ ਕੀਤੀ ਗਈ ਵੀ ਇਹ ਸਾਰਾ ਕੁਝ ਜਿਉਂਦਾ ਤਿਉਂ ਚੱਲਦਾ ਰਹੇ, ਮਾੜਾ ਮੋਟਾ ਜਿੱਦਾਂ ਸਾਡੇ ਕਈ ਵਾਰ ਬੰਦੇ ਕਹਿੰਦੇ ਕਿ ਦੀਵਾ ਜਿਹਾ ਜਗਦਾ ਰੱਖੋ, ਇਸ ਤਰੀਕੇ ਦੇ ਨਾਲ ਕਮੇਟੀ ਬਣਦੀ ਆ, ਜਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ। ਉਸ ਤੋਂ ਬਾਅਦ ਕਮੇਟੀ ਉਹ ਵੀ ਆਪਾਂ ਵੇਖਿਆ ਕਿੰਨਾ ਕੁ ਕੰਮ ਕਰ ਪਾ ਰਹੀ ਹੈ, ਔਰ ਇੱਕ ਸਿਰਫ ਬਿਆਨਬਾਜ਼ੀ ਤੋਂ ਜ਼ਿਆਦਾ ਹੋਰ ਪ੍ਰੈਕਟੀਕਲ ਰੂਪ ਦੇ ਵਿੱਚ ਜ਼ਿਆਦਾ ਵਧੇਰੇ ਕੁਝ ਵੀ ਨਹੀਂ ਕੀਤਾ ਜਾ ਰਿਹਾ ਹੈਗਾ ਜਿਸ ਲੈਵਲ ਦੇ ਉੱਪਰ ਹੋ ਸਕਦਾ ਸੀਗਾ। ਇਸ ਗੱਲ ਨੂੰ ਵੀ ਨੂੰ ਕਮੇਟੀ ਵਾਲੇ ਇਹ ਨਾ ਲੈਣ ਕਿ ਸਾਡੇ ਕੋਈ ਨਿੰਦਿਆ, ਮੈਂ ਨਿੰਦਿਆ ਨਹੀਂ ਕਰਦਾ, ਮੈਂ ਇਹ ਗੱਲ ਕਹਿਣਾ ਕਿ ਠੀਕ ਹੈ ਜਿੰਨਾ ਕੁ ਕਰ ਰਹੇ ਹੋ ਬਹੁਤ ਵਧੀਆ, ਪਰ ਜਿਸ ਤਰੀਕੇ ਦੇ ਨਾਲ ਕੌਮ ਦੇ ਵਿੱਚ ਉਤਸ਼ਾਹ ਸੀਗਾ, ਉਸ ਉਤਸ਼ਾਹ ਦਾ ਫਾਇਦਾ ਲਿਆ ਜਾ ਸਕਦਾ ਸੀਗਾ, ਕੌਮ ਦੇ ਹਿੱਤ ਵਿੱਚ ਫਾਇਦਾ ਲਿਆ ਜਾ ਸਕਦਾ ਸੀਗਾ, ਨਹੀਂ ਲਿਆ ਗਿਆ। ਔਰ ਅੱਜ ਜਿਹੜੇ ਕੰਮ ਕੀਤੇ ਜਾ ਰਹੇ ਨੇ
ਉਹ ਉਸ ਲੈਵਲ ਤੋਂ ਕਿੰਨੇ ਥੱਲੇ ਵਾਲੇ ਹੈਗੇ ਆ, ਕਿੰਨੇ ਜ਼ਿਆਦਾ ਵੱਡੇ ਕੰਮ ਕੀਤੇ ਜਾ ਸਕਦੇ ਸੀਗੇ। ਉਸ ਤੋਂ ਬਾਅਦ ਇੱਕ ਅਕਾਲ ਯੂਥ ਜਥੇਬੰਦੀ ਬਣਦੀ ਹੈ, ਜਥੇਦਾਰ ਜਗਤਾਰ ਸਿੰਘ ਹਵਾਰਾ ਜੀ ਦੀ ਅਗਵਾਈ ਦੇ ਵਿੱਚ ਨੌਜਵਾਨਾਂ ਦੀ ਜਥੇਬੰਦੀ ਹੈ। ਉਹਨਾਂ ਵੱਲੋਂ ਥੋੜ੍ਹਾ ਬਹੁਤ ਪ੍ਰੈਕਟੀਕਲ ਰੂਪ ਦੇ ਵਿੱਚ ਕੰਮ ਕਰਨ ਦੇ ਯਤਨ ਕੀਤੇ ਜਾਂਦੇ ਨੇ, ਪਰ ਮੈਂ ਮਾफ़ ਕਰਨਾ ਉਹ ਵੀ ਕਿਉਂਕਿ ਹੁਣ ਉਹ ਤੇ ਕਮੇਟੀ ਹਾਲੇ ਕਹਿ ਲਓ ਵੀ ਸਾਲ ਕੁ ਪਹਿਲਾਂ ਬਣੀ ਹੈ, ਇੱਕ ਸਾਲ ਤੇ ਮੇਰਾ ਖਿਆਲ ਮਹੀਨਾ ਡੇਢ ਮਹੀਨਾ ਹੋਇਆ ਪਹਿਲਾਂ ਬਣੀ ਹੈ। ਸੋ ਉਦੋਂ ਤੱਕ ਤੇ ਉਹ ਵਾਲਾ ਉਤਸ਼ਾਹ ਰਿਹਾ ਹੀ ਨਹੀਂ ਸੀਗਾ, ਹੈ ਨਾ। ਸੋ ਇਸ ਕਰਕੇ ਉਹ ਵੀ ਕਮੇਟੀ ਜਿਹੜੀ ਹੈ ਅਕਾਲ ਯੂਥ ਜਥੇਬੰਦੀ ਆ, ਉਹ ਵੀ ਉਸ ਤਰੀਕੇ ਦਾ ਉਸ ਲੈਵਲ ਦੇ ਉੱਪਰ ਕੰਮ ਨਹੀਂ ਕਰ ਪਾ ਰਹੀ ਹੈਗੀ ਜਿਸ ਲੈਵਲ ਦੇ ਉੱਪਰ ਜਦੋਂ ਸਰਬੱਤ ਖਾਲਸਾ ਹੋਇਆ ਸੀਗਾ ਤੇ ਉਸ ਤੋਂ ਬਾਅਦ ਜੋ ਹਾਲਾਤ ਬਣੇ ਸੀਗੇ, ਜਿੱਦਾਂ ਦੇ ਕੰਮ ਕੀਤੇ ਜਾ ਸਕਦੇ ਸੀਗੇ। ਸੋ ਇਹ ਹਾਲਾਤ ਹੈਗੇ ਆ। ਹੁਣ ਇਹਨਾਂ ਹਾਲਾਤਾਂ ਦੇ ਵਿੱਚੋਂ ਇੱਕ ਤਰ੍ਹਾਂ ਇਉਂ ਕਹਿ ਸਕਦੇ ਹਾਂ ਕਿ ਸਰਬੱਤ ਖਾਲਸਾ ਵਿੱਚ ਚੁਣੇ ਗਏ ਜਥੇਦਾਰਾਂ ਦੇ ਪ੍ਰਤੀ ਉਹਨਾਂ ਦੇ ਵੱਲੋਂ ਕੌਮ ਨੂੰ ਜੋ ਆਸਾਂ ਸੀਗੀਆਂ, ਉਹ ਆਸਾਂ ਹੁਣ ਅੱਜ ਕੌਮ ਨਹੀਂ ਕਰਦੀ ਪਈ ਹੈਗੀ। ਇਹ ਇੱਕ ਸੱਚਾਈ ਹੈ, ਇਸ ਸੱਚਾਈ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ। ਭਾਵੇਂ ਕਿ ਤਿਹਾੜ ਜੇਲ੍ਹ ਦੇ ਅੰਦਰੋਂ ਜਥੇਦਾਰ ਜਗਤਾਰ ਸਿੰਘ ਹਵਾਰਾ ਜੀ ਦੇ ਵੱਖ-ਵੱਖ ਸਮੇਂ ਦੇ ਉੱਪਰ ਅੱਜ ਸੁਨੇਹੇ ਜ਼ਰੂਰ ਆਉਂਦੇ ਹੈਗੇ ਆ, ਉਹ ਸੁਨੇਹੇ ਮੈਂ ਵੀ ਪੜ੍ਹ ਕੇ ਸੁਣਾਉਣਾ ਆਪਣੇ ਚੈਨਲ ਦੇ ਉੱਪਰ, ਔਰ ਵੱਖ-ਵੱਖ ਜਿਹੜੀਆਂ ਹਵਾਰਾ ਕਮੇਟੀਆਂ ਉਹਨਾਂ ਵੱਲੋਂ ਵੀ ਪੜ੍ਹ ਕੇ ਸੁਣਾਏ ਜਾਂਦੇ ਆ। ਪਰ ਇਸ ਤੋਂ ਜ਼ਿਆਦਾ ਹੋਰ ਵਧੇਰੇ ਉਸ ਲੈਵਲ ਦੇ ਉੱਪਰ ਕੌਮ ਦੇ ਵਿੱਚ ਉਤਸ਼ਾਹ ਭਰਨ ਦੇ ਵਾਸਤੇ ਜਿੰਨੇ ਵੀ ਸੱਜਣ ਗੱਲਬਾਤ ਨੂੰ ਸੁਣ ਰਹੇ ਨੇ ਜ਼ਰੂਰ ਕਮੈਂਟ ਕਰਕੇ ਦੱਸਣ ਵੀ ਹੋਰ ਕੀ ਕੀਤਾ ਜਾ ਸਕਦਾ ਹੈਗਾ। ਹੁਣ ਕੀ ਕੁਝ ਹੋਰ ਲੱਗਦਾ ਤੁਹਾਨੂੰ ਕੀਤਾ ਜਾ ਸਕਦਾ, ਕੀ ਹੋਰ ਕੀਤਾ ਜਾਵੇ ਤਾਂ ਜੋ ਘੱਟੋ ਘੱਟ 6 ਵਰੇ ਪਹਿਲਾਂ ਕੌਮ ਦੇ ਵਿੱਚ ਜਿੱਦਾਂ ਦਾ ਉਤਸ਼ਾਹ ਸੀਗਾ ਉਸ ਲੈਵਲ ਦਾ ਉਤਸ਼ਾਹ ਬਣੇ, ਔਰ ਉਸ ਤੋਂ ਬਾਅਦ ਜਿਹੜੇ ਯੋਗ ਆਗੂ ਹੈਗੇ ਨੇ। ਪਰ ਮੈਨੂੰ ਲੱਗਦਾ ਕਿ ਉਸ ਤੋਂ ਪਹਿਲਾਂ ਜਿਹੜੇ ਯੋਗ ਆਗੂ, ਜਿਹੜੇ ਵਿਕਣ ਨਾ, ਜਿਹੜੇ ਥੱਕਣ ਨਾ, ਜਿਹੜੇ ਅੱਕਣ ਨਾ, ਜਿਹੜੇ ਜਥੇਦਾਰ ਜਗਤਾਰ ਸਿੰਘ ਹਵਾਰਾ ਵਰਗੀ ਸੋਚ ਵਾਲੇ ਹੋਣ, ਜਿਹੜੇ ਆਪਣੇ ਸਿਧਾਂਤਾਂ ਦੇ ਉੱਪਰ ਦ੍ਰਿੜਤਾ ਦੇ ਨਾਲ ਪਹਿਰਾ ਦੇਣ ਵਾਲੇ ਹੋਣ, ਪਰ ਜੇਲੋਂ ਬਾਹਰ ਹੋਣ ਜਿਹੜੇ, ਮੈਨੂੰ ਲੱਗਦਾ ਕਿ ਬਹੁਤ ਕੁਝ ਹੱਲੇ ਵੀ ਕੀਤਾ ਜਾ ਸਕਦਾ ਹੈਗਾ, ਬਹੁਤ ਕੁਝ ਕੀਤਾ ਜਾ ਸਕਦਾ ਹੈਗਾ। ਸੋ ਆਸ ਕਰਦੇ ਹਾਂ ਕਿ ਵੱਖ-ਵੱਖ ਜਥੇਬੰਦੀਆਂ ਦੇ ਆਗੂ ਜ਼ਰੂਰ ਸਿਰ ਜੋੜ ਕੇ ਬੈਠਣਗੇ ਔਰ ਜ਼ਰੂਰ ਇਸ ਪਾਸੇ ਨੂੰ ਇੱਕ ਵਾਰ ਧਿਆਨ ਕਰਨ ਦੇ ਯਤਨ ਕੀਤੇ ਜਾਣਗੇ ਕਿ ਇਹਨਾਂ 6 ਵਰਿਆਂ ਦੇ ਵਿੱਚ ਅਸੀਂ ਕੀ ਖੱਟਿਆ, ਕੀ ਗਵਾਇਆ, ਕੌਮ ਕਿੱਥੇ ਖੜੀ ਹੈ, ਔਰ ਕੌਮ ਨੂੰ ਹੋਰ ਬੁਲੰਦੀਆਂ ਦੇ ਉੱਪਰ ਲਿਜਾਣ ਦੇ ਵਾਸਤੇ ਕੀ ਕੁਝ ਹੋਰ ਕੀਤਾ ਜਾ ਸਕਦਾ ਹੈ। ਆਸ ਕਰਦਾ ਹੈ ਕਿ ਕੌਮ ਦੇ ਆਗੂ ਜ਼ਰੂਰ ਇਸ ਬੰਨੇ ਧਿਆਨ ਦੇਣਗੇ ਤੇ ਜ਼ਰੂਰ ਸੋਚ ਕੇ ਕੋਈ ਨਾ ਕੋਈ ਪ੍ਰੋਗਰਾਮ ਉਲੀਕਣਗੇ। ਬਹੁਤ ਬਹੁਤ ਧੰਨਵਾਦ।